ਅੱਜ ਕੱਲ੍ਹ ਤਾਂ ਫੈਨ ਖਰੀਦੇ ਜਾਂਦੇ ਨੇ ਜਿਹਨੂੰ ਆਪਾਂ ਫੋਲੋਅਰਸ ਕਹਿੰਦੇ ਹਾਂ। ਇਹ ਜੀ ਸਨ 1980 ਚ ਮਾਨ ਸਾਹਿਬ ਦਾ ਗਾਣਾ ਆਇਆ ਸੀਗਾ 500 ਰੁਪਈਆ ਦਿਓ ਤੁਹਾਨੂੰ 5000 ਫੋਲੋਅਰ ਦੇ ਦਿੰਦੇ ਆ। ਉਹ ਮੈਂ ਕਿਹਾ ਕਿੱਦਾਂ ਅੱਖਾਂ ਮਟਕਾ ਕੇ ਗੱਲ ਕਰਦਾ ਉਹ ਗਾਣੇ ਗਾਉਂਦਾ ਤੇ ਮੇਰੀ ਹੁਣ ਹਿੰਮਤ ਨਾ ਪਏ ਕਿ ਮੈਂ ਕਿਹਨੂੰ ਜਾ ਕੇ ਕਹਾਂ ਜੀ ਮੈਂ ਇੱਦਾਂ ਮੈਂ ਇਸ ਕੰਮ ਵਾਸਤੇ ਆਇਆ। ਮੈਂ ਕਿਹਾ ਜੀ ਮੈਨੂੰ ਗੁਰਦਾਸ ਮਾਨ ਜੀ ਦਾ ਐਡਰੈਸ ਚਾਹੀਦਾ। ਮੈਨੂੰ ਕਹਿ ਰਹੇ ਕਿਉਂ? ਮੈਂ ਕਿਹਾ ਮੈਂ ਉਹਨਾਂ ਦਾ ਫੈਨ ਹਾਂ। ਤੇ ਇੱਕ ਗੱਡੀ ਆ ਕੇ ਆਈ, ਮੈਂ ਅੱਛਾ ਪਾਰਕ ਦੇ ਅੰਦਰ ਬੈਠਾ ਸੀਗਾ, ਮੈਨੂੰ ਇਹਨੇ ਦਿਖਿਆ ਕਿ ਗੱਡੀ ਆਈ ਹੈ ਕੋਈ, ਔਰ ਗੱਡੀ 'ਚੋਂ ਇੱਧਰਲਾ ਗੇਟ ਨਹੀਂ ਖੁੱਲ੍ਹਿਆ ਜਿੱਧਰਲੇ ਪਾਸੇ ਮੈਂ ਬੈਠਾ ਸੀਗਾ। ਐਵੇਂ ਮੈਂ ਸਟੂਲ 'ਤੇ ਬੈਠਾ, ਮੈਂ ਉਹਨਾਂ ਨੇ ਐਵੇਂ ਜੱਫੀ ਪਾ ਲਈ। ਮੈਂ ਕਿਹਾ ਮੈਂ ਤੁਹਾਡਾ ਫੈਨ ਹਾਂ, ਮੈਂ ਇਹ ਆ ਉਹ, ਮੈਨੇ ਧੱਕੇ ਖਾ ਰਿਹਾ, ਮੈਂ ਤੁਹਾਡੇ ਮਿਲਣਾ ਚਾਹੁੰਦਾ। ਮੈਂ ਅੱਜ ਮੇਰੀ ਆਤਮਾ ਪ੍ਰਸੰਨ ਹੋ ਗਈ। ਮੈਂ ਕਿਹਾ ਮੈਂ ਬੜਾ ਉਹ ਸੀਗਾ 6-7 ਸਾਲ ਤੋਂ ਤੁਹਾਨੂੰ ਮੈਂ ਲੱਭ ਰਿਹਾ, ਪਰ ਅੱਜ ਮੇਰੀ ਮੁਲਾਕਾਤ ਤੁਹਾਡੇ ਨਾਲ ਹੋਈ ਹੈ ਅਤੇ ਮੈਂ ਬਹੁਤ ਕੁਛ ਅੱਜ ਪਾ ਲਿਆ। ਉਹਨਾਂ ਨੇ ਫਿਰ ਮੇਰੇ ਪਿੱਠ 'ਤੇ ਹੱਥ ਫੇਰਿਆ। ਅਜੇ ਉਹ ਅੱਛਾ ਉਹ ਖੜੇ ਨੇ, ਮੈਂ ਬੈਠਾ, ਮੈਂ ਸਟੂਲ ਤੋਂ ਉੱਠਿਆ ਵੀ ਨਹੀਂ ਆ। ਘਰ ਦੇ ਕਹਿਣੇ ਲੱਗ ਪਏ ਸੀ ਵੀ ਨਵੀਂ ਮਸ਼ੂਕ ਰੱਖ ਲਈ। ਅੱਛਾ ਫਿਰ ਪੂਰੇ ਵਾਸਤੇ ਮੈਂ ਨੈਗੇਟਿਵ ਲਿਆ ਕੇ ਦਿਖਾਉਂਦਾ ਸੀਗਾ। ਮੈਂ ਕਿਹਾ ਭਾਈ ਇਹ ਦੇਖ ਨੈਗੇਟਿਵ ਹੈ ਮੇਰੇ ਕੋਲ। ਅੱਛਾ ਭਾਈ ਸਾਹਿਬ ਦਾ ਤਰੀਕਾ ਦੇਖੋ, ਮੈਂ ਗੱਲ ਕਰਾਂ ਦਾ ਫੋਨ 'ਤੇ ਚੰਦਰ ਸ਼ੇਖਰ ਉਹ ਆਪਣਾ ਮਾਨ ਸਾਹਿਬ ਦਾ ਭੋਲੇ ਸ਼ੰਕਰ ਦੇ ਉੱਪਰ ਗਾਣਾ ਆਇਆ ਸੀਗਾ। ਮੈਂ ਕਿਹਾ ਜੀ ਬੰਮ ਬੋਲੇ ਬੰਮ ਬੰਮ। ਕਹਿ ਰਹੇ ਹਾਂ ਇੱਕ ਹੋਰ ਸੀਗਾ। ਮੈਂ ਕਿਹਾ ਮਸਤ ਮਲੰਗਮ ਕਹਿ ਰਹੇ ਹਾਂ ਇਹ ਗਾਣੇ ਦੀ CD ਮਿਲ ਜਾਏਗੀ। ਕਈਆਂ ਨੂੰ ਇਹ ਗੱਲ ਲੱਗੇਗੀ ਕਿ ਮੈਂ ਗੱਲ ਬਨਾਵਟੀ ਕਰ ਰਿਹਾ, ਉਹ ਹੈਗਾ ਮੇਰਾ ਦਾਤਾ ਮੇਰਾ ਸਾਈਂ ਜਾਣਦਾ ਮੋਟਰਸਾਈਕਲ ਦਾ ਅਗਲਾ ਟਾਇਰ ਪੈਂਚਰ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਜਸਦੀਪ ਸਾਗਰ ਤੇ ਤੁਸੀਂ ਦੇਖ ਰਹੇ ਹੋ ਸਾਗਰ ਪੋਡਕਾਸਟ। ਤੇ ਦੋਸਤੋ ਇੱਕ ਸ਼ੇਰ ਹੈ कि चांद सितारे आस पास टहलते देखे हैं, चांद सितारे आस पास टहलते देखे हैं, एक फ़कीर के दिए में सूरज पिघलते देखे हैं। अपने आप दे विच अज दा पॉडकास्ट सच्ची मैनूं लगदा कि पहला पॉडकास्ट होएगा, क्योंकि जिस टॉपिक नूं लैके जिस शख्स ਨੂੰ ਲੈ ਕੇ ਅੱਜ ਆਪਾਂ ਬੈਠੇ ਹਾਂ ਦੁਨੀਆ ਦੇ ਵਿੱਚ, ਇਸ ਟੌਪਿਕ ਤੇ ਮੈਨੂੰ ਲੱਗਦਾ ਇਹ ਪਹਿਲਾ ਪੋਡਕਾਸਟ ਹੋਏਗਾ। ਕਿਉਂਕਿ ਕਲਾਕਾਰਾਂ ਦੇ ਪੋਡਕਾਸਟ ਤੁਸੀਂ ਦੇਖੇ ਹੋਣੇ, ਫਿਲਮਕਾਰਾਂ ਦੇ, ਡਾਇਰੈਕਟਰਸ ਦੇ ਦੇਖੇ ਹੋਣੇ ਆ, ਸਿੰਗਰਸ ਦੇ ਪੋਡਕਾਸਟ ਦੇਖੇ ਹੋਣੇ ਆ, ਲਿਰਿਸਿਸਟ ਦੇ ਪੋਡਕਾਸਟ ਦੇਖੇ ਹੋਣੇ ਆ, ਵੱਡੇ ਵੱਡੇ ਇੰਡਸਟਰੀਅਲ ਚੋਰਾਂ ਡਾਕੂਆਂ ਦੇ ਪੋਡਕਾਸਟ ਵੀ ਆਪਾਂ ਦੇਖ ਲਏ। ਪਰ ਇਸ ਸਾਰੇ ਦੇ ਵਿੱਚ ਜਿਹੜਾ ਪੂਰਾ ਮਿਊਜ਼ਿਕ ਸਿਸਟਮ ਹੈ, ਉਹਦਾ ਜਿਹੜਾ ਪਿੱਲਰ ਹੈ ਨਾ, ਉਹਦੀ ਕੋਈ ਗੱਲ ਕਰਦਾ ਨਹੀਂ। ਅੱਜ ਜਿਸ ਸ਼ਖਸ ਦੇ ਨਾਲ ਗੱਲ ਕਰਾਂਗੇ, ਉਹ ਪਿੱਲਰ ਨੇ ਉਹ ਸਾਰੇ ਸਟਾਰ ਕਲਾਕਾਰਾਂ ਦੇ। ਇੰਡੀਆ ਦੇ ਵਿੱਚ ਇੱਕ ਨਾਮ ਬਹੁਤ ਮਸ਼ਹੂਰ ਹੋਣਾ, ਸ਼ਾਇਦ ਸਾਰਿਆਂ ਨੇ ਸੁਣਿਆ ਹੋਵੇ, ਸੁਧੀਰ ਕੁਮਾਰ ਚੌਧਰੀ। ਕ੍ਰਿਕਟ ਦੇ ਵਿੱਚ ਬਹੁਤ ਵੱਡੇ ਫੈਨ ਮੰਨੇ ਜਾਂਦੇ ਨੇ। ਸਚਿਨ ਤੰਦੂਲਕਰ ਦੇ ਕੱਟਰ ਫੈਨ ਨੇ, ਇੰਨੇ ਜ਼ਿਆਦਾ ਫੈਨ ਨੇ ਕਿ ਆਪਣੀ ਪੂਰੀ ਬਾਡੀ ਦੇ ਉੱਤੇ ਤਿਰੰਗਾ ਉਹ ਪੇਂਟ ਕਰਵਾ ਕੇ ਪੂਰੀ ਦੁਨੀਆ ਦੇ ਵਿੱਚ ਕ੍ਰਿਕਟ ਮੈਚ ਦੇਖਣ, ਆਪਣੀ ਟੀਮ ਦਾ ਹੌਸਲਾ ਬੁਲੰਦ ਕਰਨ ਲਈ ਜਾਂਦੇ ਨੇ। ਆਪਣੀ ਪਿੱਠ ਦੇ ਉੱਤੇ ਸਚਿਨ ਤੰਦੂਲਕਰ ਦੀ ਤਸਵੀਰ ਬਣਾ ਕੇ। ਉਹ ਇਕੱਲਾ ਫੈਨ ਨਹੀਂ ਆ, ਉਹ ਇਕੱਲਾ ਸਚਿਨ ਤੰਦੂਲਕਰ ਦਾ ਫੈਨ ਨਹੀਂ ਆ, ਉਹ ਇੱਕ ਹੌਸਲਾ ਹੈ ਜਿਹੜਾ ਸਚਿਨ ਦੇ ਨਾਲ ਪੂਰੀ ਟੀਮ ਨੂੰ ਮਿਲਦਾ ਹੈ। ਉਹ ਇੱਕ ਜ਼ਿੰਮੇਵਾਰੀ ਹੈ ਕਿ ਲੋਕ ਸਾਨੂੰ ਇਸ ਹੱਦ ਤੱਕ ਪਿਆਰ ਕਰਦੇ ਆ, ਅਸੀਂ ਇਹਨਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਾ। ਜੀ ਹਾਂ ਦੋਸਤੋ, ਤੁਸੀਂ ਅੰਦਾਜ਼ਾ ਸਹੀ ਲਾ ਰਹੇ ਹੋ। ਅੱਜ ਪੋਡਕਾਸਟ ਇੱਕ ਫੈਨ ਦਾ, ਉਹ ਫੈਨ ਜਿਹਦੇ ਕਰਕੇ ਕਲਾਕਾਰ ਨੇ, ਤੇ ਫੈਨ ਹੈ ਵੀ ਬੜੇ ਤਰ੍ਹਾਂ ਦੇ। ਅੱਜ ਕੱਲ੍ਹ ਤਾਂ ਫੈਨ ਖਰੀਦੇ ਜਾਂਦੇ ਨੇ ਜਿਹਨੂੰ ਆਪਾਂ ਫੋਲੋਅਰਸ ਕਹਿੰਦੇ ਹਾਂ। 25 ਪੈਸੇ ਦਾ ਫੈਨ ਮਿਲ ਜਾਂਦਾ ਤੁਹਾਨੂੰ। ਕਈ ਆਫਰਾਂ ਤਾਂ ਕੰਪਨੀ ਨੇ ਇੱਦਾਂ ਦੀਆਂ ਲਾਤੀਆਂ ਕਿ 25 ਪੈਸੇ ਦੇ 5 ਫੈਨ ਵੀ ਮਿਲ ਜਾਂਦੇ, ਫੋਲੋਅਰ ਤੁਹਾਨੂੰ ਮਿਲ ਜਾਂਦੇ ਆ। ਪਰ ਉਹ ਫੈਨ ਤੁਹਾਡੀ ਦੁੱਖ ਤਕਲੀਫ ਵੇਲੇ ਤੁਹਾਡੇ ਨਾਲ ਖੜ੍ਹਦੇ ਨਹੀਂ, ਉਹ ਤੁਹਾਡਾ ਦੁੱਖ ਦੇਖ ਕੇ ਰੋਂਦੇ ਨਹੀਂ ਤੇ ਤੁਹਾਡੀ ਖੁਸ਼ੀ ਦੇਖ ਕੇ ਹੱਸਦੇ ਵੀ ਨਹੀਂ। ਪਰ ਅੱਜ ਜਿਸ ਸੱਚੀ ਮੁੱਚੀ ਦਾ ਫੈਨ ਲੈ ਕੇ ਆਏ ਆ ਤੁਹਾਡੇ ਲਈ, ਉਸ ਫੈਨ ਨੂੰ ਮਿਲ ਕੇ ਤੁਹਾਨੂੰ ਲੱਗੂਗਾ ਕਿ ਅਸੀਂ ਡਿਜੀਟਲ ਵਰਲਡ ਦੇ ਵਿੱਚ ਇੱਦਾਂ ਦੇ ਲੋਕਾਂ ਨੂੰ ਭੁੱਲਦੇ ਜਾ ਰਹੇ ਹਾਂ, ਜਿਹੜੇ ਸੱਚੀ ਸਾਡੀਆਂ ਨੀਹਾਂ ਦੇ ਵਿੱਚ ਖੜ੍ਹੇ ਨੇ ਸਾਨੂੰ ਮਜ਼ਬੂਤ ਕਰਨ ਦੇ ਲਈ। ਬਹੁਤੀਆਂ ਗੱਲਾਂ ਨਹੀਂ ਕਰਦਾ, ਉਸ ਫੈਨ ਦੇ ਨਾਲ ਗੱਲ ਕਰਦੇ ਹਾਂ।
ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬੜਾ ਕੁਝ ਹੈ ਦੱਸਣ ਦੇ ਲਈ, ਤੇ ਸਾਡੇ ਕੋਲ ਬੜਾ ਵੱਡਾ ਮੌਕਾ ਹੈ ਕੁਝ ਸਿੱਖਣ ਦੇ ਲਈ। ਤੇ ਆਓ ਗੱਲ ਕਰਦੇ ਹਾਂ ਗੁਰਦਾਸ ਮਾਨ ਸਾਹਿਬ ਦੇ ਬਹੁਤ ਹੀ ਕੱਟੜ, ਬਹੁਤ ਹੀ ਮੁਹੱਬਤੀ ਫੈਨ। ਇੱਕ ਗੱਲ ਮੈਂ ਇੱਥੇ ਜੋੜ ਦਿੰਦਾ, ਇਹ ਫੈਨ ਤਾਂ ਮਾਨ ਸਾਹਿਬ ਦੇ ਨੇ, ਪਰ ਇਹਨਾਂ ਦੀ ਮੁਹੱਬਤ ਦੇਖ ਕੇ ਮਾਨ ਸਾਹਿਬ ਵੀ ਇਹਨਾਂ ਦੇ ਫੈਨ ਹੋ ਗਏ। ਬਹੁਤੀਆਂ ਗੱਲਾਂ ਨਹੀਂ ਕਰਦਾ, ਉਸ ਮਹਾਨ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਦਾ ਜਿਨ੍ਹਾਂ ਨੂੰ ਅਸੀਂ ਸਾਰੇ ਜਾਣਦੇ ਹਾਂ, ਚੰਦਰ ਸ਼ੇਖਰ ਜੀ ਦੇ ਨਾਮ ਦਾ। ਚੰਦਰ ਜੀ, ਕੀ ਹਾਲ ਚਾਲ? ਠੀਕ ਠਾਕ ਹੋ? ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਸਾਗਰ ਸਾਹਿਬ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਮਾਨ ਸਾਹਿਬ ਦੇ ਨਾਂ ਤੋਂ ਇੱਕ ਪੋਡਕਾਸਟ 'ਚ ਆ ਰਿਹਾ, ਉਹਨਾਂ ਦਾ ਇੱਕ ਛੋਟਾ ਜਿਹਾ ਨਾਮ ਫੈਨ ਦਾ ਮੈਨੂੰ ਨਾਮ ਦਿੱਤਾ। ਮੈਂ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ। ਪਰ ਤੁਸੀਂ ਇਕੱਲੇ ਫੈਨ ਨਹੀਂ ਆ, ਮੈਂ ਉਹੀ ਕਹਿ ਰਿਹਾ ਕਿ ਅੱਜ ਕੱਲ੍ਹ ਮਿਲ ਬਹੁਤ ਕੁਛ ਰਿਹਾ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ, ਕੰਪਨੀ ਦੀਆਂ ਐਡਸ ਆ ਜਾਂਦੀਆਂ, ਹਾਂਜੀ, ਉਹ ਕਹਿੰਦੇ ਇੰਨੇ ਫੋਲੋਅਰਸ ਲੈ ਲਓ, ਤੁਸੀਂ 300 ਰੁਪਈਆ ਦਿਓ, 500 ਰੁਪਈਆ ਦਿਓ, ਤੁਹਾਨੂੰ 5000 ਫੋਲੋਅਰ ਦੇ ਦਿੰਦੇ ਆ। ਪਰ ਉਹ ਫੈਨ ਤੁਹਾਡੇ ਵਰਗੇ ਨਹੀਂ ਆ ਜਿਹੜੇ ਮਾਂ ਸਾਹਿਬ ਨੂੰ ਜੱਫੀ ਪਾ ਕੇ ਮਿਲਦੇ ਨੇ। ਉਹ ਤੁਹਾਡੇ ਵਰਗੇ ਫੈਨ ਨਹੀਂ ਆ ਕਿ ਮਾਂ ਸਾਹਿਬ ਦੇ ਸੱਟ ਲੱਗ ਜਾਂਦੀ ਆ ਤੇ ਤੁਸੀਂ ਆਪਣੇ ਘਰ ਰੋਈ ਜਾਂਦੇ ਹੋ। ਉਹ ਫੈਨ ਤੁਹਾਡੇ ਵਰਗੇ ਨਹੀਂ ਆ ਕਿ ਮਾਂ ਸਾਹਿਬ ਦੀ ਐਲਬਮ ਹਿੱਟ ਹੁੰਦੀ ਤਾਂ ਆਪਣੇ ਘਰ ਕੇ ਕੱਟਦੇ ਆ। ਅੱਜ ਸਾਨੂੰ ਲੋੜ ਹੈ ਕਿ ਅਸਲੀ ਫੈਨ ਜਿੰਦਾ ਰੱਖੀਏ, ਤਾਂ ਕਿ ਜਿਹੜਾ ਡਿਜੀਟਲ ਵਰਲਡ ਵਿੱਚ ਸਾਨੂੰ ਨਕਲੀ ਇੱਕ ਦੁਨੀਆ, ਇੱਕ ਸਾਨੂੰ ਨਕਲੀ ਦੁਨੀਆ ਵਿੱਚ ਲਿਆਇਆ ਜਾ ਰਿਹਾ, ਉਹ ਤੋਂ ਬਚਿਆ ਜਾਏ। ਇਸ ਲਈ ਅੱਜ ਮੈਨੂੰ ਲੱਗਦਾ ਸੀਗਾ ਕਿ ਤੁਹਾਡੇ ਨਾਲ ਗੱਲਬਾਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਗੱਲਬਾਤ ਨਹੀਂ ਆ, ਇਹ ਇੱਕ ਮੈਨੂੰ ਲੱਗਦਾ ਪਿਰਤ ਪਾ ਰਹੇ ਹਾਂ ਕਿ ਅਸੀਂ ਆਪਾਂ ਮੁੜ ਕੇ ਆਪਣੇ ਅਸਲੀ ਫੈਨਾਂ ਦੇ ਵਿੱਚ ਆਈਏ। ਕਿੱਦਾਂ ਮਾਂ ਸਾਹਿਬ ਨਾਲ ਮਿਲਣੀ ਹੋਈ, ਕਿਉਂ ਮਾਂ ਸਾਹਿਬ ਦੇ ਫੈਨ ਬਣੇ, ਕਿੱਥੋਂ ਕਹਾਣੀ ਸ਼ੁਰੂ ਹੋਈ? ਮੈਂ ਚਾਹੁੰਦਾ ਸਾਰੀ ਕਹਾਣੀ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ। ਇਹ ਜੀ ਸਨ 1980 'ਚ ਮਾਨ ਸਾਹਿਬ ਦਾ ਗਾਣਾ ਆਇਆ ਸੀਗਾ ਜੀ, ਤੇ 31 ਦਸੰਬਰ ਨੂੰ। ਕੀ ਬਾਤ ਉਹ ਹੈ ਗਾਣਾ ਆਪਾਂ ਉਸ ਸਮੇਂ 31 ਦਸੰਬਰ ਦਾ ਬਹੁਤ ਚਾਅ ਰਹਿੰਦਾ ਸੀਗਾ ਜੀ। ਕਿ ਆਪਾਂ ਪ੍ਰੋਗਰਾਮ ਦੇਖ ਕੇ ਨਵਾਂ ਸਾਲ ਸੈਲੀਬ੍ਰੇਟ ਕਰਾਂਗੇ। ਤੇ ਜਦ ਮਾਨ ਸਾਹਿਬ ਦਾ ਗਾਣਾ ਸੁਣਿਆ ਜੀ, ਤੇ ਉਹ ਸਿੱਧਾ ਦਿੱਲੀ 'ਚ ਜਾ ਕੇ ਵੱਜਿਆ। ਗਾਣਾ ਵੀ ਤੁਸੀਂ ਜਾਓ ਨਾਲ ਕਿਹੜਾ? ਹਾਂ, ਦਿੱਲੀ 'ਚ ਜਾ ਕੇ ਵੱਜਿਆ ਜੀ। ਤੇ ਅਗਲੇ ਦਿਨ ਆਪਾਂ ਸਕੂਲ ਗਏ। ਗਾਣਾ ਕਿਹੜਾ ਸੀ? ਗਾਣਾ ਤਾਂ ਸਭ ਨੂੰ ਪਤਾ ਹੈ ਜੀ ਗਾਣਾ ਤਾਂ ਸਭ ਨੂੰ ਪਤਾ ਹੈ ਜੀ। ਉੱਥੋਂ ਦਿਲ ਦੇ ਮਾਮਲੇ ਸ਼ੁਰੂ ਹੋਏ? ਉੱਥੋਂ ਸ਼ੁਰੂ ਹੋਏ ਜੀ ਦਿਲ ਦੇ ਮਾਮਲੇ। ਜੀ। ਮੈਂ ਉੱਥੋਂ ਸ਼ੁਰੂ ਨਹੀਂ ਹੋਇਆ ਜੀ। ਅਗਲੇ ਦਿਨ ਮੈਂ ਸਕੂਲ ਗਿਆ ਜੀ, ਆਪਣੇ ਮਿੱਤਰਾਂ ਪਿਆਰਿਆਂ ਨਾਲ, ਆਪਾਂ ਕਲਾਸਮੇਟ ਕਿੰਨੀ ਏਜ ਸੀ ਤੁਹਾਡੀ ਉਦੋਂ? ਉਸ ਟਾਈਮ ਮੈਂ ਜੀ 8ਵੀਂ ਜਮਾਤ ਵਿੱਚ ਪੜ੍ਹਦਾ ਸੀਗਾ ਜੀ। ਨੀਅਰਲੀ 12-13 ਸਾਲ ਦੀ ਏਜ ਹੋਣੀ ਤੁਹਾਡੀ। ਹਾਂਜੀ ਹਾਂਜੀ ਜੀ। ਤੇ ਆਪਣਾ ਸਾਰਾ ਡਿਸਕਸ ਕਰਦੇ ਸੀ ਕੱਲ ਕੀ ਦੇਖਿਆ ਆਪਾਂ। ਫਿਰ ਮੈਂ ਉਹਨਾਂ 'ਚ ਹੀ ਬੋਲਿਆ, ਮੈਂ ਕਿਹਾ ਕੱਲ੍ਹ ਮੁੰਡੇ ਨੇ ਯਾਰ ਬਹੁਤ ਖੂਬਸੂਰਤ ਗਾਣਾ ਗਾਇਆ, ਪੰਜਾਬੀ ਗਾਣਾ। ਔਰ ਮੈਂ ਕਿਹਾ ਕਿੱਦਾਂ ਅੱਖਾਂ ਮਟਕਾ ਕੇ ਗੱਲ ਕਰਦਾ, ਉਹ ਗਾਣੇ ਗਾਉਂਦਾ। ਮੈਂ ਕਿਹਾ ਯਾਰ ਮੈਨੂੰ ਉਹ ਬਹੁਤ ਚੰਗਾ ਲੱਗਿਆ। ਮੈਂ ਕਿਹਾ ਯਾਰ ਮੈਂ ਤਾਂ ਫੈਨ ਹੋ ਗਿਆ। ਚਲੋ ਜੀ, ਹੋ ਗਈ ਗੱਲ। ਤੇ ਫਿਰ 2-4-5 ਦਿਨ ਬਾਅਦ ਫਿਰ ਆਪਾਂ ਅਸੀਂ ਮੁੰਡੇ ਛੁੱਟੀਆਂ 'ਚ ਘੁੰਮਦੇ ਫਿਰਦੇ ਗੱਲ ਕਰਦੇ। ਤੇ ਬਸ ਗੱਲ ਮੇਰੇ ਦਿਮਾਗ ਵਿੱਚ ਮਾਨ ਸਾਹਿਬ ਦੀ ਘੁੰਮ ਗਈ। ਮੈਂ ਕਿਹਾ ਯਾਰ ਇਹ ਜੋ ਮਾਨ ਸਾਹਿਬ ਨੇ, ਗੁਰਦਾਸ ਮਾਨ ਸਾਹਿਬ ਨੇ, ਇਹਨਾਂ ਨੂੰ ਮੈਂ ਮਿਲਣਾ ਹੈ। ਆਪਾਂ ਦੋਸਤਾਂ ਨਾਲ ਹੀ ਤੇ ਦੁੱਖ ਸੁੱਖ ਵੰਡਣੇ, ਗੱਲ ਕਰਨੀ। ਉਦੋਂ ਤੇ ਗੱਲ ਕਰ ਲਈ ਕਿ ਮਾਨ ਸਾਹਿਬ ਨੂੰ ਮਿਲਣਾ। ਹਾਂ ਬਸ। ਤੇ ਚਲੋ ਜੀ, ਚਲਦੀ ਰਹੀ ਗੱਲ। ਫਿਰ ਮਹੀਨਾ 2 ਮਹੀਨੇ ਬੀਤ ਗਏ ਜੀ। ਤੇ ਇੱਦਾਂ ਹੀ ਇੱਕ ਮੁੰਡਾ ਮੈਨੂੰ ਟਿਚਕਰਬਾਜੀ ਕਰਨ ਲੱਗ ਗਿਆ। ਅੱਛਾ, ਮਜ਼ਾਕ ਲਾਪੇ ਕਰ? ਮਜ਼ਾਕ ਕਰਨ ਲੱਗ ਗਿਆ। ਹਾਂ ਬਈ, ਮਿਲਾਇਆ ਗੁਰਦਾਸ ਮਾਨ ਨੂੰ। ਨਹੀਂ, ਉਹਨੇ ਕਿਹਾ ਉਹ ਸਿੰਗਰ ਨੂੰ ਮਿਲਾਇਆ ਜਿਹੜਾ 31 ਦਸੰਬਰ ਨੂੰ ਆਇਆ ਸੀਗਾ ਜੀ। ਮੈਂ ਕਿਹਾ ਯਾਰ ਮੈਂ ਤਾਂ ਫੈਨ ਆ ਹੁੰਦਾ। ਕਹਿ ਰਿਹਾ ਇੱਕ ਵਾਰੀ ਮਿਲ ਕੇ ਤਾਂ ਪਹੁੰਚ ਤਾਂ ਸਹੀ ਉੱਥੇ ਤੱਕ, ਫਿਰ ਮੰਨਾਂਗੇ ਤੈਨੂੰ ਫੈਨ ਨੂੰ। ਫਿਰ ਤੂੰ ਮੰਨੇਗਾ, ਫੈਨ ਆ, ਮੰਨਾਂਗੇ। ਮੈਂ ਬੜਾ ਮੇਰਾ ਉਹ ਦਿਲ 'ਤੇ ਆ ਕੇ ਵੱਜੀ ਗੱਲ। ਮੈਂ ਕਹਿੰਦਾ ਇਹ ਬੜੀ ਗਲਤ ਗੱਲ ਕੀਤੀ ਮੈਨੂੰ। ਥੋੜ੍ਹੇ ਉਹਨੇ ਗਾਲ ਵੀ ਕੱਢੀ ਮੈਨੂੰ ਜੀ। ਚਲੋ ਜੀ, ਉਹ ਫਿਰ 5-6 ਦਿਨ ਬਾਅਦ ਫਿਰ ਉਹਨੇ ਇੱਦਾਂ ਦਾ ਜ਼ਿਕਰ ਕੀਤਾ, ਕਹਿ ਰਿਹਾ ਤੇਰੇ ਵਰਗੇ ਤੇ ਗਲੀਆਂ 'ਚ ਘੁੰਮਦੇ ਨੇ। ਮੈਂ ਚੱਲ ਕੋਈ ਗੱਲ ਨਹੀਂ, ਆਪਾਂ ਵੀ ਦੇਖ ਕਰਨੇ ਆ, ਕੋਸ਼ਿਸ਼ ਕਰਨੇ ਆ। ਤੇ ਉਸ ਟਾਈਮ ਜੋ ਹੈ ਇੰਨੀ ਕਿਸੇ ਕੋਲ ਸੋਰਸ ਨਹੀਂ ਸੀ ਕਿ ਮਾਨ ਸਾਹਿਬ ਦਾ ਜਾਂ ਕਿਸੇ ਵੀ ਮਿਲਣਾ ਕਿੱਥੇ ਉਹਨਾਂ ਨੂੰ, ਮਿਲਣਾ ਕਿੱਥੇ। ਇਹਨਾਂ ਸੀ ਉਹ ਪੰਜਾਬ ਤੋਂ ਹੈਗੇ ਨੇ ਜੀ। ਆਪਾਂ ਨੂੰ ਨਹੀਂ ਪਤਾ ਸੀ ਕਿ ਉਹ ਗਿੱਦੜਬਾਏ ਦੇ ਨੇ। ਹਾਂ, ਮੈਂ ਦਿੱਲੀ ਤੋਂ ਜੀ। ਬਈ ਆਪਾਂ ਗਿੱਦੜਬਾਏ ਦੇ, ਪੰਜਾਬ ਕਿੱਧਰ ਦੇ ਹੈਗੇ ਨੇ। ਬੜੀ ਜੀ ਕੋਸ਼ਿਸ਼ ਕਰਦੇ ਕਈ ਸਾਲ ਬੀਤ ਗਏ। ਪਰ ਉਹ ਜੋ ਗੱਲ ਉਹ ਮੁੰਡੇ ਨੇ ਕਹੀ ਸੀਗੀ, ਤੇਰੇ ਵਰਗੇ ਦਿਮਾਗ 'ਚ ਤੇ ਤੇਰੇ ਵਰਗੇ ਬਹੁਤ ਗਲੀਆਂ 'ਚ ਘੁੰਮਦੇ। ਤੇ ਮੈਂ ਬਹੁਤ ਕੋਸ਼ਿਸ਼ ਕੀਤੀ, ਅਖਬਾਰਾਂ 'ਚ ਲੱਭਾਂ ਕਿੱਦਾਂ, ਕਰਦੇ ਜੀ 3-4 ਸਾਲ ਨਿਕਲ ਗਏ ਜੀ ਉਸ ਦੌਰਾਨ। ਤੇ ਮੈਨੂੰ ਜੋ ਵੀ ਮਿਲਦਾ ਸੀ ਨਾ, ਮੈਂ ਕੋਈ ਇੱਦਾਂ ਦੀ ਗੱਲ ਕਰਦਾ ਸੀਗਾ ਕਿ ਉਹ ਕੋਈ ਮੈਨੂੰ ਗੱਲ ਕਰਨ ਗੁਰਦਾਸ ਮਾਨ ਸਾਹਿਬ ਦੀ। ਚਲਦੀ ਰਹੀ। ਇੱਕ ਮੈਨੂੰ ਮਿੱਤਰ ਪਿਆਰਾ ਇੱਦਾਂ ਦਾ ਮਿਲਿਆ। ਮੈਂ ਕਿਹਾ ਯਾਰ ਮੈਂ ਇੱਦਾਂ ਦਾ ਨਾ, ਇੱਕ ਪੰਜਾਬੀ ਸਿੰਗਰ ਹੈਗਾ ਗੁਰਦਾਸ ਮਾਨ ਸਾਹਿਬ ਹੈਗੇ ਨੇ, ਮੈਂ ਉਹਨਾਂ ਨਾਲ ਮਿਲਣਾ ਚਾਹੁੰਦਾ।
ਮੈਨੂੰ ਯਾਰ ਤੂੰ ਐਡਰੈਸ ਕਿੱਥੋਂ ਵੀ ਲੈ ਕੇ ਦੇ ਮੈਨੂੰ, ਮੈਂ ਚਲਾ ਜਾਵਾਂਗਾ। ਕਹਿੰਦਾ ਪੰਜਾਬ ਮੈਂ ਕਿਹਾ ਪੰਜਾਬ ਵੀ ਚਲਾ ਜਾਵਾਂਗਾ। ਕਿਹੜੇ ਪੰਜਾਬ ਚ ਕਿਹੜਾ ਕਿਤੇ ਵੀਜ਼ਾ ਮੈਂ ਲੈ ਕੇ ਕਿਹਾ ਜਾਣਾ ਹਾਂ, ਜੀ ਮੈਂ ਕਿਹਾ ਮੈਂ ਜਾਣਾ ਹੀ ਜਾਣਾ ਪੰਜਾਬ ਜੀ। ਮੈਨੂੰ ਦੱਸ। ਉਹ ਬੰਦੇ ਨੇ ਬੜੀ ਅੱਛੀ ਸਲਾਹ ਦਿੱਤੀ। ਉਹ ਕਹਿੰਦੇ ਨਾ ਕਿਤੇ ਕੋਈ ਰਸਤਾ ਦਿਖ ਜਾਂਦਾ। ਕਹਿੰਦਾ ਐਦਾਂ ਕਰ ਤੂੰ ਆਪਣਾ ਉੱਥੇ ਚਲਾ ਜਾ ਮੋਤੀਆ ਖਾਨ ਪੰਜਾਬੀ ਅਕਾਡਮੀ ਜੀ, ਉੱਥੇ ਤੈਨੂੰ ਕੋਈ ਨਾ ਕੋਈ ਰਸਤਾ ਜੋੜ ਕੋਈ ਨਾ ਕੋਈ ਦੱਸ ਦੇਗਾ। ਹਾਂ, ਕੋਈ ਨਾ ਕੋਈ ਐਡਰੈਸ ਦੱਸ ਦੂਗਾ ਉੱਥੇ। ਉਸ ਤੋਂ ਪਹਿਲੇ ਮੈਂ ਅਖਬਾਰਾਂ ਦੇ ਦਫ਼ਤਰ ਵੀ ਧੱਕੇ ਖਾਇਆ ਸੀਗਾ ਕਿ ਸ਼ਾਇਦ ਇਹਨਾਂ 'ਚ ਕੋਈ ਮੈਨੂੰ ਐਡਰੈਸ ਦੇ ਦੇ। ਛੋਟਾ ਹੁੰਦਾ ਸੀਗਾ ਮੈਨੂੰ ਕੋਈ ਤੇ ਅੰਦਰ ਹੀ ਨਹੀਂ ਜਾਣ ਦਿੰਦਾ ਸੀ। ਕਈ ਵਾਰ ਟਾਲ ਵੀ ਦਿੰਦੇ, ਚਲੋ ਬਾਹਰ ਚੱਲ। ਅਭੀ ਨਿੱਕਾ ਮੁੰਡਾ ਹੈਗਾ ਕਿ ਆਫਿਸਾਂ 'ਚ ਕੀ ਕਰਨ ਆਇਆ ਜੀ। ਚਲੋ ਜੀ, ਮੈਂ ਹਿੰਮਤ ਕਰਕੇ ਮੋਤੀਆ ਖਾਨ ਆਪਣਾ ਪੰਜਾਬੀ ਅਕਾਡਮੀ ਪਹੁੰਚ ਗਿਆ। ਉਹ ਬਹੁਤ ਵੱਡਾ ਆਫਿਸ, ਪਹਿਲੀ ਵਾਰ ਕਿਸੇ ਦਾ ਆਫਿਸ ਗਿਆ ਸੀਗਾ ਮੈਂ। ਤੇ ਮੇਰੀ ਹੁਣ ਹਿੰਮਤ ਨਾ ਪਏ ਕਿ ਮੈਂ ਕਿਹਨੂੰ ਜਾ ਕੇ ਕਹਾਂ ਜੀ ਮੈਂ ਇੱਦਾਂ ਮੈਂ ਇਸ ਕੰਮ ਵਾਸਤੇ ਆਇਆ, ਮੈਨੂੰ ਗੁਰਦਾਸ ਮਾਨ ਸਾਹਿਬ ਦਾ ਐਡਰੈਸ ਦੇ ਦਿਓ। ਚਲੋ ਜੀ, ਇੱਕ ਬੰਦੇ ਨੇ ਬਾਬੂ ਨੇ ਦੇਖਿਆ ਮੈਨੂੰ, ਕਹਿ ਰਿਹਾ ਕਿੱਦਾਂ ਆਏ? ਅੱਛਾ, ਬਾਹਰ ਘੁੰਮੀ ਗਏ ਤੁਸੀਂ ਪਾਰਕ 'ਚ ਵੀ ਅੰਦਰ ਜਾਵਾਂ ਕਿ ਨਾ ਜਾਵਾਂ? ਹਾਂ, ਬਸ ਚਲਦੀ ਰਹੀ ਗੱਲ। ਤੇ ਕੋਈ ਬੰਦੇ ਨੇ ਕਿਹਾ ਕਿੱਦਾਂ ਆਇਆ ਵੀ ਜੀ, किससे मिलना है? मैं कहा जी मेरे को ना किसी का एड्रेस चाहिए। तो बड़े थोड़ा मैंने लग गया कि वो रोब ना बोले किसका चाहिए। मैं कहा जी वो गुरदास मान जी है, उनका एड्रेस चाहिए। अच्छा, इस दौरान मान साहब की फिल्म भी रिलीज हो चुकी सी, मामला गड़बड़ है। ਮਾਮਲਾ ਗੜਬੜ ਹੈ। वो भी रिलीज हो चुकी सी। ਤੇ ਸਾਡੇ ਮਾਮਲੇ ਪਹਿਲਾਂ ਹੀ ਗੜਬੜ ਹੋਏ ਪਏ ਆ। ਉਹ ਮੈਂ ਤਾਂ ਇੱਕ ਤਾਂ ਉਸ ਮੈਂ ਹੋਰ ਪਾਗਲ ਹੋ ਗਿਆ। ਤੁਸੀਂ ਯਕੀਨ ਮੰਨਿਓ, ਮੈਂ ਫਿਲਮ ਘੱਟੋ ਘੱਟ ਨਹੀਂ ਤਾਂ 5-6 ਵਾਰੀ ਦੇਖੀ। ਉਸ ਤੋਂ ਬਾਅਦ ਫਿਲਮ ਦੇਖਣ ਤੋਂ ਬਾਅਦ ਜਦ ਫਿਲਮ ਦੂਜਾ ਸ਼ੋਅ ਸ਼ੁਰੂ ਹੁੰਦਾ ਸੀਗਾ ਤੇ ਦਰਵਾਜ਼ੇ ਨਾਲ ਕੰਨ ਲਾ ਕੇ ਸਟੋਰੀਆਂ ਸੁਣਦਾ ਸੀਗਾ। ਹਾਏ ਹਾਏ ਹਾਏ, ਉਹ ਇੰਨਾ ਉਹ ਸਟੋਰੀ ਜੋ ਦਰਵਾਜ਼ੇ ਨਾਲ ਕੰਨ ਲਾ ਕੇ ਸੁਣਦਾ ਸੀਗਾ, ਕਿਉਂਕਿ ਸਿਨੇਮਾ ਹਾਲ ਦੀ ਆਵਾਜ਼ ਬਾਹਰ ਵੀ ਆਉਂਦੀ ਸੀਗੀ, ਉਹ ਆਨੰਦ ਵੱਖਰਾ ਸੀਗਾ। ਵਾਹ 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 ਵਾਹ। ਤੇ ਜਦ ਮੈਂ ਪੰਜਾਬੀ ਅਕਾਡਮੀ ਪਹੁੰਚ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਕਿਸੇ ਤਰੀਕੇ ਮੈਂ ਕੰਮ ਵੀ ਜਾਵਾਂ ਉਹਨਾਂ ਅੱਗੇ। ਕਹਿ ਰਹੇ ਪੁੱਤ ਕੰਮ ਕਿਉਂ ਰਹੇ ਕੀ ਗੱਲ? ਮੈਂ ਕਿਹਾ ਜੀ ਮੈਨੂੰ ਗੁਰਦਾਸ ਮਾਨ ਜੀ ਦਾ ਐਡਰੈਸ ਚਾਹੀਦਾ। ਮੈਨੂੰ ਕਹਿ ਰਹੇ ਕਿਉਂ? ਮੈਂ ਕਿਹਾ ਮੈਂ ਉਹਨਾਂ ਦਾ ਫੈਨ ਹਾਂ, ਮੈਨੂੰ ਮਿਲਣਾ ਬਸ। ਮੈਂ ਕਿਹਾ ਮੈਨੂੰ ਸਿਰਫ 1 ਸੈਕਿੰਡ ਵਾਸਤੇ ਉਹਨਾਂ ਨਾਲ ਮਿਲਵਾ ਦਿਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਉਹ ਕਹਿੰਦੇ ਦੇਖ ਸਾਡੇ ਕੋਲ ਐਡਰੈਸ ਤਾਂ ਨਹੀਂ ਹੈਗਾ। ਜਿਹੜੇ ਸਾਹਿਬ ਉਸ ਸਮੇਂ ਸੀਟ 'ਤੇ ਬੈਠੇ ਸੀਗੇ, ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹੈਗਾ। ਕਹਿ ਰਿਹਾ ਮੈਂ ਤੈਨੂੰ ਨਕਸ਼ਾ ਬਣਾ ਕੇ ਦਾਂਗਾ, ਪਹੁੰਚ ਜਾਏਗਾ। ਅੱਛਾ, ਐਡਰੈਸ ਨਹੀਂ, ਨਕਸ਼ਾ ਦੇ ਦਿੰਦੇ ਕਸਮੀ ਗੱਲ। ਮੈਂ ਕਿਹਾ ਜੀ ਮੈਨੂੰ ਨਕਸ਼ਾ ਬਣਾ ਦਿਓ ਜੀ। ਕਹਿ ਰਿਹਾ ਇਸ ਤਰ੍ਹਾਂ ਕਰ, ਇੱਧਰੋਂ ਜਾਈਂ ਰਾਜਾ ਗਾਰਡਨ ਤੂੰ ਸੁਭਾਸ਼ ਨਗਰ ਦੀ ਬੱਸ ਫੜ ਲਈ। ਸੁਭਾਸ਼ ਨਗਰ ਪੈਟਰੋਲ ਪੰਪ 'ਤੇ ਆਪਣਾ ਬਤਾ ਜੀ, ਉਸ ਤੋਂ ਥੋੜ੍ਹਾ ਪਿੱਛੇ ਨੂੰ ਆਏਗਾ, ਉੱਧਰ ਇੱਕ ਸਿਨੇਮਾ ਹਾਲ ਹੈ, ਉਹਦੇ ਬਿਲਕੁਲ ਸਾਹਮਣੇ ਗਲੀ ਜਾ ਰਹੀ ਹੈ। ਉੱਥੇ ਤੂੰ ਕਿਸੇ ਤੋਂ ਵੀ ਪੁੱਛ ਲਈ ਕਿ ਮੈਂ ਗੁਰਦਾਸ ਮਾਨ ਜੀ ਨੂੰ ਮਿਲਣਾ ਤੇ ਉਹ ਉਹਨਾਂ ਦੇ ਘਰ ਪਹੁੰਚ ਜਾਏਗਾ। ਮੈਂ ਕਿਹਾ ਜੀ ਉਹ ਇੱਥੇ ਰਹਿੰਦੇ ਨੇ? ਮੇਰੇ ਵਾਸਤੇ ਬੜੀ ਹੈਰਾਨੀ ਦੀ ਗੱਲ ਵੀ ਪੰਜਾਬ ਦਾ ਸਿੰਗਰ ਔਰ ਇੱਥੇ ਦਿੱਲੀ, ਔਰ ਮੈਂ ਬੜੇ ਸੋਚ ਰਹੀ ਸੀ ਕਿ ਕਹਿੰਦੇ ਪੰਜਾਬ ਰਹਿੰਦੇ ਨੇ। ਘਰੇ ਇੱਕ ਵਾਜੀ ਚੀਜ਼ ਢੰਡੋਰਾ ਸ਼ਹਿਰ ਵਿੱਚ, ਢੰਡੋਰਾ ਸ਼ਹਿਰ ਵਿੱਚ। ਚਲੋ ਜੀ, ਮੈਂ ਆਪਣਾ ਹਿੰਮਤ ਕਰਕੇ ਚਲੇ ਗਏ। 2 ਦਿਨ 3 ਦਿਨ ਸੋਚਦਾ ਰਿਹਾ ਵੀ ਮੈਂ ਤਾਂ ਲੱਗਾ ਸੀਗਾ ਕਿ ਸੱਚ ਦੱਸਿਆ ਐਡਰੈਸ। ਹਾਂ, ਮੈਂ ਦੱਸ ਮਹਿਸੂਸ ਹੋਇਆ। ਮੈਂ ਕਿਹਾ ਯਾਰ ਕਿੱਥੇ, ਮੈਨੂੰ ਯਾਰ ਕਨਫਿਊਜ਼ਨ ਸੀ ਕਿ ਮੈਂ ਕਿਹਾ ਯਾਰ ਐਡਰੈਸ ਮੈਨੂੰ ਪ੍ਰੋਪਰ ਮਿਲੇਗਾ ਕਿ ਨਹੀਂ ਮਿਲੇਗਾ। ਉਹਦੇ ਬਣਾ ਕੇ ਭੇਜਦਾ ਬਸ ਨਾ ਕਿ ਟਾਲ ਦੇਈਏ। ਕਿਉਂਕਿ ਬੱਸਾਂ ਦੇ ਵੀ ਮੈਨੂੰ ਇਸ ਟਾਈਮ ਮੇਰੀ ਨੌਲੇਜ ਨਹੀਂ ਸੀ, ਉਸ ਟਾਈਮ ਬੱਸਾਂ ਚੱਲਦੀ ਸੀ। ਤੇ ਆਪਣਾ ਚਲੋ ਜੀ, ਮੈਂ ਆਪਣਾ ਇੱਕ ਦਿਨ ਸਵੇਰੇ ਠਾਣ ਲਈ ਬਈ ਅੱਜ ਤਾਂ ਇਹ ਕੰਮ ਕਰਕੇ ਆਣਾ। ਧੱਕੇ ਤੇ ਮਿਲਣਗੇ ਖਾਣ ਨੂੰ, ਕੋਈ ਨਹੀਂ ਖਾ ਲਾਂਗੇ। ਇੰਨੇ ਸਾਲਾਂ ਤੋਂ ਧੱਕੇ ਖਾ ਰਹੇ ਤਾਂ ਉਹਦੇ ਮੁੰਡੇ ਤੇ ਤਾਨੇ ਵੀ ਤੇ ਦਿਮਾਗ 'ਚ ਘੁੰਮ ਰਹੇ ਸੀ ਕਿਤੇ ਯਾਰ। ਉਹਨਾਂ ਨੇ ਬਹੁਤ ਚਲੋ ਚੱਲਦਾ ਰਿਹਾ। ਮੈਂ ਜੀ ਆਪਣਾ ਰਜੌਰੀ ਗਾਰਡਨ ਪਹੁੰਚਿਆ। ਰਜੌਰੀ ਗਾਰਡਨ ਤੋਂ ਸੁਭਾਸ਼ ਨਗਰ। ਉਹ ਫਿਰ ਕਾਗਜ਼ ਇਹ ਕੱਢਿਆ ਜੋ ਉਹਨਾਂ ਨੇ ਨਕਸ਼ਾ ਬਣਾ ਕੇ ਦਿੱਤਾ ਮੈਨੂੰ ਵੀ ਇੱਦਾਂ ਵਾਪਸ ਆਉਣਾ ਉਲਟੇ ਰਾਜਾ ਗਾਰਡਨ ਦੀ ਤਰਫ ਔਰ ਅੰਦਰ ਜਾਣਾ ਥੋੜ੍ਹਾ ਨੂੰ। ਚਲੋ ਅੱਗੇ ਗਿਆ ਮੈਂ ਸਿਨੇਮਾ ਹਾਲ ਦੇ ਸਾਹਮਣੇ ਪਹੁੰਚ ਕੇ ਨਾ ਮੈਂ ਅੰਦਰ ਸਾਹਮਣੇ ਗਲੀ 'ਚ ਗਿਆ। ਅੱਛਾ, ਜੋ ਸਿਨੇਮਾ ਹਾਲ ਆ ਤੁਸੀਂ ਕਹਿੰਦੇ ਨੇ ਐਡਰੈਸ ਤਾਂ ਸਹੀ ਦੱਸਿਆ। ਮੈਂ ਕਿਹਾ ਇੱਥੇ ਤੱਕ ਤਾਂ ਪਹੁੰਚ ਗਿਆ। ਚਲੋ ਇੱਧਰ ਪਹੁੰਚ ਕੇ ਜੀ ਚੱਲਦਾ ਰਿਹਾ ਅੱਗੇ ਗਿਆ। ਇੱਕ ਪਾਰਕ ਆਇਆ, ਉਹਨਾਂ ਪਾਰਕ ਅੱਛਾ 33 ਦੁਪਹਿਰੇ ਦਾ ਟਾਈਮ, ਕੋਈ ਬਾਹਰ ਨਹੀਂ। ਅੱਛਾ, ਮੈਂ ਇਕੱਲਾ ਘੁੰਮੀ ਜਾਵਾਂ ਉਸ ਗਲੀ 'ਚ। ਮੈਨੂੰ ਬੜਾ ਅਜੀਬ ਵੀ ਲੱਗਿਆ। ਮੈਂ ਕਿਹਾ ਕਿਸੇ ਨੇ ਮੈਨੂੰ ਪੁੱਛ ਲਿਆ ਤੂੰ ਕਰਨ ਕੀ ਆਇਆ, ਮੇਰੇ ਕੋਲ ਕੋਈ ਜਵਾਬ ਹੀ ਨਹੀਂ ਹੈਗਾ। ਤੇ ਜੀ ਉਸ ਮੈਂ ਗਲੀ 'ਚ 2-3 ਚੱਕਰ ਮਾਰੇ ਤੇ ਇੱਕ ਸਾਹਿਬ ਬਾਹਰ ਨਿਕਲੇ। ਉਹਨਾਂ ਨੇ ਮੈਨੂੰ 2-3 ਵਾਰੀ ਦੇਖ ਲਿਆ ਵੀ ਇਹ ਮੁੰਡਾ ਚੱਕਰ ਮਾਰ ਰਿਹਾ, ਕਾਹਦੇ ਲਈ ਮਾਰ ਰਿਹਾ ਚੱਕਰ। ਉਹਨਾਂ ਨੇ ਇੱਦਾਂ ਮੈਨੂੰ ਦੇਖੋ, ਮੇਰੀ ਉਸ ਟਾਈਮ ਮੈਂ ਬੜਾ ਛੋਟੀ ਸੋਚ ਰੱਖਦਾ ਸੀ, ਬੋਲੇ ਕਿ ਬਚਪਨਾ ਸੀਗਾ ਮੇਰੇ ਅੰਦਰ। ਮੈਂ ਕਿਹਾ ਯਾਰ ਕਿਤੇ ਮੈਨੂੰ ਥੱਪੜ ਮਾਰ ਕੇ ਨਾ ਭਜਾ ਦੇਣ, ਤੂੰ ਇੱਧਰ ਕੀ ਲੱਭ ਰਿਹਾ। ਤੇ ਉਹਨਾਂ ਨੇ ਪਤਾ ਨਹੀਂ ਕੀ ਹੋਇਆ, ਮੇਰੀ ਉਹਨਾਂ ਨਾਲ ਅੱਖਾਂ ਮਿਲੇ, ਕੀ ਉਹਨਾਂ ਨੂੰ ਬੁਲਾਇਆ ਇੱਧਰ ਆਈ। ਮੈਂ ਜੀ ਗਿਆ। ਮੈਂ ਕਿਹਾ ਹਾਂਜੀ ਕੀ ਲੱਭ ਰਿਹਾ ਇੱਧਰ? ਮੈਂ ਕਿਹਾ ਜੀ ਮੈਂ ਲੱਭ ਨਹੀਂ ਰਿਹਾ ਇੱਧਰ ਨਾ ਕਿਤੇ ਆਪਣਾ। ਮੈਂ ਡਰਦਾ ਮੇਰੇ ਦਿਮਾਗ ਇਹ ਵੀ ਕਿ ਮੈਨੂੰ ਥੱਪੜ ਨਾ ਮਾਰ ਦੇ ਇਹ ਸਾਹਮਣੇ ਵਾਲਾ ਬੰਦਾ। ਮੈਂ ਕਿਹਾ ਇੱਥੇ ਕਿਤੇ ਗੁਰਦਾਸ ਮਾਨ ਜੀ ਰਹਿੰਦੇ ਨੇ? ਹਾਂ। ਉਹਨਾਂ ਨੇ ਹਾਂ ਕਿਹਾ। ਮੈਂ ਕਿਹਾ ਇਹ ਕੋਈ ਜਵਾਬ ਨਹੀਂ ਹੋਇਆ, ਮਤਲਬ ਅੰਦਰ ਸੋਚ ਰਿਹਾ। ਮੈਂ ਕਿਹਾ ਇਹ ਕੀ ਕਹਿ ਰਹੇ ਨੇ? ਹਾਂ।
ਫਿਰ ਉਸ ਤੋਂ ਬਾਅਦ ਬੋਲੇ ਕੀ ਕਰਨਾ? ਮੈਂ ਕਿਹਾ ਜੀ ਮੈਂ ਉਹਨਾਂ ਦਾ ਫੈਨ ਹਾਂ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ। ਕਿੱਥੋਂ ਆਇਆ? ਅੱਛਾ, ਉਸ ਦਿਨ ਆਪਾਂ ਦਿੱਲੀ ਤੋਂ ਫਰੀਦਾਬਾਦ ਫਿਰ ਸ਼ਿਫਟ ਕਰ ਗਏ ਸੀਗੇ ਜੀ। ਇਹ ਹੈਗੀ ਗੱਲ 87 88 ਦੀ। ਸ਼ਿਫਟ ਕਰ ਗਿਆ ਫਰੀਦਾਬਾਦ। ਤੇ ਕਹਿੰਦੇ ਨੇ ਹਾਂ। ਮੈਂ ਕਿਹਾ ਜੀ ਮੈਂ ਉਹਨਾਂ ਦਾ ਬਹੁਤ ਫੈਨ ਆ, ਮੈਂ ਉਹਨਾਂ ਨੂੰ ਇੱਕ ਵਾਰੀ ਮਿਲਣਾ, ਬਸ ਮੈਨੂੰ ਮਿਲਵਾ ਦਿਓ ਪਲੀਜ਼। ਤੇ ਤੁਸੀਂ ਮੈਨੂੰ ਦੱਸ ਦਿਓ ਕਿੱਥੇ ਮਿਲਣਗੇ, ਮੈਂ ਉੱਥੇ ਚਲਾ ਜਾਵਾਂਗਾ। ਤੂੰ ਇੱਧਰ ਹੀ ਆ ਜੀ। ਅੱਛਾ, ਇੱਧਰ ਹੀ ਆ ਜੀ, ਕਹਿੰਦੇ ਇੱਧਰ ਹੀ ਆ ਜੀ। ਅੱਛਾ ਜੀ। ਉਹ ਬੋਲੇ ਆਪਣੇ ਘਰ ਦੇ ਬਾਹਰ ਖੜੇ ਸੀ, ਮੈਨੂੰ ਉਸ ਟਾਈਮ ਨਹੀਂ ਪਤਾ ਸੀਗਾ ਕਿ ਇਹ ਸ਼ਖਸ ਕੌਣ ਸਾਹਿਬ ਹੈਗਾ ਨੇ। ਮੈਂ ਕਿਹਾ ਜੀ ਕਦੋਂ ਆਵਾਂ? ਉਹਨਾਂ ਨੇ ਮੈਨੂੰ 27 ਜੂਨ ਦੀ ਜੁਲਾਈ ਦੀ ਡੇਟ ਦਿੱਤੀ ਮੈਨੂੰ, ਸੌਰੀ ਜੂਨ ਦੀ। ਡੇਟਾ ਵੀ ਯਾਦ ਨਹੀਂ ਤੁਹਾਨੂੰ? ਹਾਂ ਜੀ, ਤੈਨੂੰ ਮੈਂ ਮਿਲਵਾ ਦਾਂਗਾ। ਜਿਸ ਦਿਨ ਮੈਂ ਗਿਆ ਸੀਗਾ ਉਸ ਤੋਂ 5-6 ਦਿਨ ਪਹਿਲੇ ਮੈਂ ਆਪਣਾ 16 ਜਾਂ 17 ਤਰੀਕ ਸੀਗੀ, ਤਾਂ ਉਹਨਾਂ ਕੋਲ ਗਿਆ ਸੀਗਾ ਜੂਨ ਦੇ ਮਹੀਨੇ 'ਚ। ਮੈਂ ਕਿਹਾ ਇਹਨਾਂ ਨੇ ਤਾਂ ਬੜਾ ਈਜ਼ੀਲੀ ਕਹਿ ਦਿੱਤਾ। ਮੈਂ 6-7 ਸਾਲ ਹੋ ਗਏ ਮੈਨੂੰ ਧੱਕੇ ਖਾਂਦੇ ਹੋਏ ਕਿ ਮੇਰੀ ਦਿਮਾਗੀ ਗੱਲ ਘੁੰਮ ਰਹੀ ਕਿ ਮੈਂ ਗੁਰਦਾਸ ਮਾਨ ਸਾਹਿਬ ਜੀ ਨੂੰ ਮਿਲਣਾ। ਤੇ ਬੜਾ ਈਜ਼ੀਲੀ ਕਹਿਤਾ ਵੀ ਇਹਨਾਂ ਨੇ ਕਹਿਤਾ ਹਾਂ ਮਿਲਵਾ ਦਾਂਗੇ। ਕੋਈ ਨੰਬਰ ਫੋਨ ਨੰਬਰ ਤੁਹਾਡੇ ਕੋਲ? ਅੱਛਾ, ਫਿਰ ਮੈਂ ਥੋੜਾ ਅੱਗੇ ਨੂੰ ਗਿਆ। ਫਿਰ ਮੈਂ ਥੋੜਾ ਹਿੰਮਤ ਕੀਤੀ। ਮੈਂ ਕਿਹਾ ਇੱਥੇ ਤੱਕ ਪਹੁੰਚਿਆ ਬੰਦਾ, ਇਹਨੇ ਕਹਿ ਰਿਹਾ ਤਾਂ ਕੋਈ ਨਾ ਕੋਈ ਗੱਲ ਹੋਣੀ ਹੈ। ਮੈਂ ਦੁਬਾਰਾ ਉਸ ਜਿਸ ਘਰ 'ਚ ਉਹ ਐਂਟਰ ਕੀਤੇ ਉੱਥੇ ਮੈਂ ਘੰਟੀ ਮਾਰਤੀ ਤੇ ਉਧਰੋਂ ਆਏ। ਹਾਂ ਜੀ, ਹੁਣ ਕੀ ਹੋ ਗਿਆ? ਮੈਂ ਕਿਹਾ ਜੀ ਇੱਦਾਂ ਜੀ, ਮੈਂ ਬੜੀ ਦੂਰੋਂ ਆਵਾਂਗਾ ਫਰੀਦਾਬਾਦ ਤੋਂ, ਤੇ ਤੁਸੀਂ ਮੈਨੂੰ ਕੋਈ ਨੰਬਰ ਦੇ ਦਿਓ, ਫੋਨ ਨੰਬਰ ਜਿਹਦੇ ਨਾਲ ਮੈਂ ਕਰਕੇ ਆ ਜਾ, ਮੈਨੂੰ ਆਸਾਨੀ ਰਹੇ। ਅੱਛਾ, ਨੰਬਰ ਚਾਹੀਦਾ? ਮੈਂ ਕਿਹਾ ਜੀ ਦੇਖ ਲਓ, ਲਿਖ 541 88 16 ਜੀ। ਉਹ ਲੈਂਡਲਾਈਨ ਨੰਬਰ ਉਹਨਾਂ ਨੇ ਦਿੱਤਾ। ਮੈਂ ਨੰਬਰ ਲਿਖ ਲਿਆ ਜੀ। ਉਹਨਾਂ ਨੇ ਲਿਖ ਕੇ ਦਿੱਤਾ, ਮੈਂ ਨੰਬਰ ਨਾਲ ਦਿਮਾਗ ਵਿੱਚ ਬਿਠਾ ਲਿਆ, ਫੀਡ ਹੋ ਗਿਆ। ਔਰ ਮੈਂ ਆਪਣੇ ਘਰ ਗਿਆ ਜੀ। ਔਰ ਤੁਸੀਂ ਯਕੀਨ ਨਹੀਂ ਮੰਨਿਓ, ਮੈਂ 2 ਦਿਨ ਤੱਕ ਕਨਫਿਊਜ਼ ਰਿਹਾ ਕਿ ਇਹ ਨੰਬਰ ਗਲਤ ਹੈ ਕਿ ਸਹੀ ਹੈ। ਰਿੰਗ ਮਾਰ ਕੇ ਦੇਖ ਲੈਣੀ ਸੀ ਫਿਰ। ਉਹ ਮੈਂ ਫਿਰ ਜੀ ਐਦਾਂ ਹੋਇਆ ਜੀ, ਮੈਂ 2 ਦਿਨ ਬਾਅਦ ਬੜੀ ਹਿੰਮਤ ਕਰਕੇ PCO ਤੇ ਗਿਆ। ਉਹ ਉੱਥੇ ਜਾ ਕੇ ਨੰਬਰ ਮਿਲਾਇਆ, ਉਹ ਡਾਇਲ ਕੀਤਾ। ਤੇ ਮੈਂ ਦੇਖੋ ਮੇਰੀ ਸੋਚ ਬਚਪਨਾ, ਮੈਂ ਆਪਣੇ ਮੂੰਹ ਤੇ ਰੁਮਾਲ ਦਾ ਕੱਪੜਾ ਰੱਖ ਕੇ ਦੂਰ ਤੋਂ ਗੱਲ ਕਰ ਰਿਹਾ ਵੀ ਮੇਰੀ ਆਵਾਜ਼ ਉਹਨਾਂ ਨੂੰ ਲੱਗੇ ਕਿਸੇ ਕੋਈ ਸਿਆਣੇ ਬੰਦੇ ਦੀ ਗੱਲ ਲੱਗ ਰਹੀ ਗੱਲ। ਮੈਂ ਕਿਹਾ ਜੀ ਮੈਂ ਗੁਰਦਾਸ ਮਾਨ ਸਾਹਿਬ ਨਾਲ ਮਿਲਣਾ ਜੀ। ਬੜੇ ਮੈਂ ਥੋੜਾ ਆਵਾਜ਼ ਬਦਲ ਕੇ, ਔਰ ਮੈਂ ਕੰਮ ਵੀ ਰਿਹਾ। ਮੇਰਾ ਦੋਸਤ ਇੱਕ ਕਹ ਰਿਹਾ ਘਬਰਾਣਾ ਤੂੰ ਗੱਲ ਕਰ, ਕੌਨਫੀਡੈਂਸ਼ਲੀ ਗੱਲ ਕਰ। ਮੈਂ ਕਿਹਾ ਜੀ ਮਿਲਣਾ, ਹਾਂ ਠੀਕ ਹੈ ਆ ਜਾਣਾ। ਮੈਂ ਵੀ ਇੱਦਾਂ ਗਿਆ। ਮੈਂ ਕਿਹਾ ਜੀ ਮੈਂ ਉਹਨਾਂ ਦਾ ਫੈਨ ਹਾਂ, ਆ ਜਾਣਾ ਤੁਸੀਂ ਇੱਧਰ 1/17 ਸੁਭਾਸ਼ ਨਗਰ। ਮੈਂ ਕਿਹਾ ਐਡਰੈਸ ਤਾਂ ਬਿਲਕੁਲ ਸਹੀ ਹੈ ਔਰ ਫੋਨ ਵੀ ਬਿਲਕੁਲ ਸਹੀ ਹੈ। ਮੈਂ ਕਿਹਾ ਆਪਣਾ ਕੰਮ ਅੰਦਰ ਬਣ ਜਾਏਗਾ। ਅੱਛਾ, ਆਵਾਜ਼ ਉਹੀ ਸੀ ਜਿਨ੍ਹਾਂ ਨੇ ਤੁਹਾਨੂੰ ਨੰਬਰ ਦਿੱਤਾ? ਮੈਂ ਆਵਾਜ਼ ਨਹੀਂ ਪਹਿਚਾਨ ਪਾਇਆ ਜੀ। ਹਾਂ ਜੀ, ਕਿ ਉਸ ਟਾਈਮ ਇੰਨੀ ਸਮਝ ਨਹੀਂ ਸੀ ਕਿ ਮੈਂ ਸਾਹਮਣੇ ਵਾਲੀ ਦੀ ਆਵਾਜ਼ ਫੋਨ 'ਤੇ ਪਹਿਚਾਨ ਲਾਂ ਜੀ। ਮੈਂ ਕਿਹਾ ਜੀ ਐਡਰੈਸ ਸਹੀ, ਸਭ ਕੁਝ ਸਹੀ ਹੈ, ਔਰ ਇਹਨਾਂ ਨੇ ਡੇਟ ਵੀ ਬਿਲਕੁਲ ਸਹੀ ਦੱਸੀ ਹੈ, 27 ਤਰੀਕ ਦੱਸੀ। ਤਾਂ ਮੈਂ ਕਿਹਾ ਆਪਣਾ ਕੰਮ ਹੋ ਜਾਏਗਾ। ਚਲੋ ਜੀ, ਇਹਨਾਂ ਨੇ ਮੈਨੂੰ ਟਾਈਮ ਦਿੱਤਾ ਸੀਗਾ 27 ਤਰੀਕ 2 ਵਜੇ ਦੇ ਆਸ-ਪਾਸ ਦਾ ਜੀ। ਆਪਾਂ ਨੂੰ ਕਿਤਨੀ ਨੀਂਦਰ ਆ ਰਹੀਆਂ ਨੇ। ਮੈਂ ਕਈ ਦੋਸਤਾਂ ਨੂੰ ਕਹਿ ਦਿੱਤਾ, ਮੈਂ ਕਿਹਾ ਤੁਸੀਂ ਥੋੜ੍ਹੇ ਦਿਨ ਰੁਕ ਜਾਓ, ਤੁਹਾਨੂੰ ਮੈਂ ਆਟੋਗ੍ਰਾਫ ਲਿਆ ਕੇ ਦਾਂਗਾ। ਉਸ ਟਾਈਮ ਆਟੋਗ੍ਰਾਫ ਔਰ ਆਵਾਜ਼ ਵਾਹ ਉਹਦਾ ਅਵਾਰਡ ਹੀ ਹੁੰਦਾ ਸੀ ਕਿ ਅਵਾਰਡ ਮੇਰੇ ਲਈ ਬਹੁਤ ਵੱਡਾ ਅਵਾਰਡ ਸੀ ਉਹ ਜੀ। ਆਪਾਂ ਹਿੰਮਤ ਕਰਕੇ ਮੈਂ ਜੀ 10:30 11 ਵਜੇ ਮੈਂ ਉਸ ਏਰੀਆ ਪਹੁੰਚ ਗਿਆ ਜੀ, ਸੁਭਾਸ਼ ਨਗਰ ਗਲੀ 'ਚ ਗੇੜੀ ਮਾਰਾ। ਥੋੜਾ ਮਤਲਬ ਕੌਨਫੀਡੈਂਸ ਆ ਗਿਆ ਯਾਰ, ਇੱਕ ਐਸਕਾਰੀ ਮੈਨੂੰ ਕੁਝ ਬੋਲੇਗਾ ਤਾਂ ਮੈਂ ਕਹਾਂਗਾ ਐਸਕਾਰੀ ਬੰਦਾ ਜਾਣਦਾ ਇਹਨਾਂ ਤੋਂ ਪੁੱਛ ਲਓ ਜੀ। ਤੇ ਸਾਹਮਣੇ ਪਾਰਕ ਸੀਗਾ, ਗਰਮੀ ਦਾ ਦਿਨ। ਮੈਂ ਸਾਹਮਣੇ ਪਾਰਕ 'ਚ ਬਹਿ ਗਿਆ। ਘੱਟੋ ਘੱਟ ਮੈਨੂੰ 12 ਵੱਜ ਗਏ ਜੀ। ਅੱਛਾ, ਮੈਨੂੰ ਲੱਗ ਰਹੀ ਪਿਆਸ। ਉਹ ਮੈਂ ਪਾਣੀ ਕਿੱਥੋਂ ਮੰਗਾ? ਉਹ ਪਾਰਕ ਕੇ ਕਿਸੇ ਕੋਨੇ ਮੈਂ ਦੇਖਿਆ ਕੋਈ ਪਾइप पानी पूरी निकल रहा होता, उधर पानी पी ला। वो चांद की गल है, मैंने वो भी नहीं मिला। मैं बहुत प्यासा पर बैठा रहा। चलो मैं पानी पी चले कहते मगर नांगना बस मैं कहा जब पानी मिल गया कि मामला मेरे ना गड़बड़ ना हो जाए। इन्नी मेहनत तक शायद इस रस्ते पहुंचा मैं जी, तो मैंने आराम मिलना ही चाहिए। तो एक गड्डी आगे आई। मैं अच्छा पार्क के अंदर बैठा सीगा, मैंने इन्हें दिखा कि गड्डी आई है कोई, और गड्डी चो इधरला गेट नहीं खुलिया जिधरले पासे मैं बैठा सीगा, परले पासे का गेट खुलिया। वो कोई अंदर गया। ਆਪਾਂ ਨੂੰ ਕਨਫਿਊਜ਼ਨ ਸੀ ਕਿ ਮੈਂ ਨਹੀਂ ਦੇਖਿਆ ਕੌਣ ਗਿਆ। ਤਾਂ ਮੈਂ ਬੜਾ ਸੋਚਦਾ ਰਿਹਾ, ਮੈਂ ਕਿਹਾ ਯਾਰ ਕਿੱਦਾਂ ਕਰਾਂ। ਐ ਸਮਝ ਲਈ ਜੀ 1 ਵਜ ਗਿਆ। ਮੈਂ ਬੜਾ ਹਿੰਮਤ ਕਰਕੇ ਨਾ ਮੈਂ ਆਪਣਾ ਅੰਦਰ ਗਿਆ। ਉਹਨੇ ਘੰਟੀ ਮਾਰੀ ਉਹਨਾਂ ਦੀ, ਤੇ ਇਹਨੇ 'ਚ ਆਪਣਾ ਬਜ਼ੁਰਗ ਆਏ। ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ ਜੀ। ਕਹਿ ਰਿਹਾ ਸਤਿ ਸ਼੍ਰੀ ਅਕਾਲ। ਮੈਂ ਕਿਹਾ ਇੱਦਾਂ ਜੀ ਮੇਰੀ ਗੱਲ ਹੋਈ ਸੀ ਜੀ, ਮੈਂ ਫਰੀਦਾਬਾਦ ਤੋਂ ਆਇਆ, ਮੈਂ ਮਾਨ ਸਾਹਿਬ ਨਾਲ ਮਿਲਣਾ, ਗੁਰਦਾਸ ਮਾਨ ਸਾਹਿਬ ਨਾਲ ਮਿਲਣਾ। ਕਿੰਨੇ ਨਾਲ ਗੱਲ ਹੋਈ ਸੀ? ਮੈਂ ਕਿਹਾ ਜੀ ਇੱਧਰ ਥੋੜ੍ਹੇ ਹੈਲਥੀ ਜਿਹੇ ਹੈਗੇ ਸੀਗੇ, ਉਹਨਾਂ ਨਾਲ ਗੱਲ ਹੋਈ ਸੀ। ਮੈਂ ਕਿਹਾ ਥੋੜ੍ਹੇ ਮੋਟੇ ਜਿਹੇ। ਅੱਛਾ, ਉਹਨਾਂ ਨਾਲ ਗੱਲ ਹੋਈ ਸੀ, ਕੋਈ ਨਹੀਂ ਮੈਂ ਉਹਨਾਂ ਨੂੰ ਭੇਜਣਾ। ਅੱਛਾ, ਉਹਨਾਂ ਨੂੰ ਭੇਜਤਾ ਵਾਪਸ? ਹਾਂਜੀ। ਤੇ ਉਹ ਆਏ, ਫਿਰ ਉਹ ਤੂੰ ਮਿਲਿਆ ਨਹੀਂ। ਉਹ ਜਬ ਆਏ, ਉਹ ਜਬ ਸਾਹਿਬ ਆਏ ਉਹ ਮਿਲਿਆ ਨਹੀਂ ਤੂੰ ਮਾਨ ਸਾਹਿਬ ਨਾਲ। ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਪਾਰਕ ਹੀ ਬੈਠਾ।
एक काम कर, तू अंदर कमरे जाके बैठ जा। ਜੀ ਅੱਛਾ ਘਰ ਬੁਲਾ ਲਿਆ ਅੰਦਰ। हाँ जी, और जब उन्होंने कहा ना कमरे जाके बैठ जा, एक रूम जा बनया सीगा, तुसी यकीन मनियो, मैं उस कमरे च एंटर किया जद, मैं उस कमरे का जो वाइब्स थी, वाइब्रेशन थी, मैं वो बयान नहीं कर सकता। एक स्टूल जा पिया सीगा उधर, टेबल सी और साइड से स्टूल सी, मैं उधर बैठ गया और मैं सिर थले करके बैठा रहा। पर जब मैं ऊपर नूं देखा ना, मैं कहना तू पता नहीं यार स्वर्ग च पहुँच गया। सामने मान साहब की फोटो ਜੀ मान साहब टैलीफोन ते गल कर रहे हैं, वो उस टाइम लैंडलाइन सीगा, उन्होंने फोटो सामने लगी हुई, मैं फोटो देखी जावा, मैं कि यार दस इधर मिलने वास्ते तैनूं किन्ना तरस रहा। अंदर आपस की गल कर रहा, तो मेरा थोड़ा ना मतलब मैं ऐ कि मैं फट जावां, हुण मैं किन्नू को नहीं दसांगा मैं कित्थे तक कित्थे आके बैठा। मैनूं अजे मान साहब नाल मेरी मुलाकात नहीं हुई, तो मैं सोचे ना थल्ले कारपेट पिया सीगा, मैं उहदे डिजाइन नूं देखी जावां ते सोची जावां। इन्ने जे तुसीं यकीन मनियो, मैनू चरण दिसे ਜੀ और मेरा रब जानदा है, उस समय उस कमरे च मेरी सब तो पहला नज़र मान साहब दे चरणा की तरफ गई, और मैं क्या है कि मान साहब दे चरण, मैं आप होए जब मैं उत्ते नूं देखा, मैनू अज भी उस दिन याद है, मान साहब ने ट्रैक सूट पाया सीगा लेमन कलर का, ਜੀ उन्होंने मेरी तरफ हाथ बुलाया, अगे बढ़ाया, मैं रोया, कहते की हुआ, मैं बस उन्होंने गले एवं मैं स्टूल ते बैठा, मैं उन्होंने एवं जफ्फी पा ली, मैं कि मैं थोड़ा फैन हाँ, मैं ये हाँ वो, मैंने धक्के खा रहा, मैं थोड़ा मिलना चाहना, मैं आज मेरी आत्मा प्रसन्न होगी। मैं क्या मैं बड़ा वो सीगा 6-7 साल तो तुहानूं मैं लभ रहा, पर आज मेरी मुलाकात तुहाडे नाल होई है, तो मैं बहुत कुछ आज पा लिया। उन्होंने फिर मेरे पिठ ते हाथ फेरिया, अजे वो अच्छा वो खड़े ने, मैं बैठा, स्टूल तो उठा भी नहीं आ। ਅੱਛਾ ਜੀ फिर मैं ਸਮਝ पिठ ਨਹੀਂ हाथ- ਆ ਰਿਹਾ ਕੀ ਕਰਨਾ ਕੀ मैं ਜੀ जब रब सामने खड़ जाए तो पता ही नहीं होता, एकदम आ गया रब अचानक, बड़ा मेरे वास्ते बहुत एकदम सारा सिस्टम इदा होंदा चला गया। मैंने अपने आप से यकीन नहीं होया कि जिन्होंने मैं 6 साल 7 साल तो मैं लभ रहा, ताने मैंने खाधे, तो वो मेरे सामने आज खड़े ने, तो मेरे तो बोलिया नहीं जा रहा। मैं तो बड़ा कहते थे मेरे सामने आन के, तो मैं ए बोलांगा वो बोलांगा, और अज भी मेरी हकीकत दसा तुहानूं, अज भी मैं कई बार घरों निकलना ना, तो मान साहब नूं घरों निकलते मैं ਜਾਂ रस्ते च सफ़र करना, मैं मान साहब नाल आज ਇਹ गल करांगा वो करांगा। अज मान साहब ने तो मैं ये गल कहनी है, वो बस जब उन्होंने सामने जाना तो हत्थ एवें बन जाते, बस एक अख वो मैनू देख लेंदा ना। मैं अपने आप को कई बार कहना, मेरे पता नहीं किहड़े मेरे कर्म ने जो मैं मान साहब दे इन्ने चरनी लग गया, मैं इन्ना हैरान होना। जब मान साहब दे मैं आटोग्राफ लिता, और उस तो बाद जफ्फी पा के, तो मैं कहा जी मान साहब मैंने तुहानूं रोज़ मिलन आया करा, जब भी तुसीं दिल्ली आओ, तो कह रहा जी सद के आओ। मान साहब दे वर्डिंग कह रहा जी सद के, जब तेरा दिल करे जब मैं दिल्ली आवां तो आ जाया कर, फ़ोन करके आ जाया कर। तो मैं कहा फिर अच्छा, मैं कहा जी अपना एक बॉम्बे वाला भी है, मैनूं वो दे दो फ़ोन नंबर। कह रहा यार उसे उस टाइम जो ट्रंक वाला बुक होंदी सी, जी कह रहे तू कितने ट्रंक वाला बुक करता रहेगा, एंदे ते कर लेगा नंबर है जी, हाँ लोकल नंबर ते कर ले कर। चलो जी उन्होंने आटो करा दिते, मैं आटो में इदा लैके जा रहा सी, जै मैंने बहुत वड्डा खजाना मिल गया, राह च मेरे को कितने इधर उधर ना गवाच जाए। ਆਟੋਗ੍ਰਾਫ ਲੈ ਕੇ ਆਟੋ 'ਚ ਬਹਿ ਗਏ ਫਿਰ अरे आए फिर मैं अपना गया घर, सब तो पहले मैं अपने फादर साहब ने खोल के दिखाया। ਹੈ मेरे फादर साहब ने सवाल किया कितने गया सीगा सवेर दा तू? ਹੂੰ मैं कहा जी मैं अपना गुरदास मान साहब नाल मिल के आया। कह रहा है मैं जबलिया ना मारे कर। मैं क्या सच्ची में मिल के आया। मैं दिखाया अपने फादर साहब ने ऑटोग्राफ, मिल आया, तसल्ली हो गई है। मैं कहा हाँ बहुत तसल्ली हुई है। फिर अपनी भाभी नूं ਉਹ ਆਟੋਗ੍ਰਾਫ ਲੈ ਕੇ, ਮੈਂ ਕਿਹੜੇ ਰਿਸ਼ਤੇਦਾਰ ਐਸਾ ਨਹੀਂ ਸੀਗਾ ਜਿਹਦੇ ਘਰ ਨਹੀਂ ਗਿਆ ਮੈਂ। ਜਿੱਦਾਂ ਨਵੀਂ ਗੱਡੀ ਲੈ ਕੇ ਜਾਂਦਾ ਹਰੇਕ ਨੂੰ ਮਿਲਣ ਲੋਕ ਗੱਡੀਆਂ ਲੈ ਕੇ ਜਾਂਦੇ ਨੇ, ਹਾਂ ਅਸੀਂ ਆਟੋਗ੍ਰਾਫ ਲੈ ਮੈਂ ਕੇ ਆਟੋਗ੍ਰਾਫ ਲੈ ਕੇ ਘੁੰਮੀ ਗਿਆ ਜੀ। ਔਰ ਜੇ ਫਰੀਦਾਬਾਦ ਸ਼ਿਫਟ ਕਰਕੇ ਸੀ, ਮੈਂ ਦਿੱਲੀ ਗਿਆ ਤਾਂ ਆਪਣੇ ਮਿੱਤਰਾਂ ਪਿਆਰਿਆਂ ਨੂੰ ਦਿਖਾਇਆ। ਮੈਂ ਕਿਹਾ ਦੇਖੋ ਇਹ ਆਟੋਗ੍ਰਾਫ ਗੁਰਦਾਸ ਮਾਨ ਸਾਹਿਬ ਜੀ ਦੇ ਨੇ। ਆਏ ਹਾਏ ਮੈਂ ਕਿਹਾ ਮੈਂ ਉੱਥੇ ਤੱਕ ਪਹੁੰਚ ਗਿਆ। ਮੈਂ ਕਿਹਾ ਸ਼ੁਕਰ ਹੈ ਉਸ ਮਾਲਕ ਨੇ, ਉਹ ਬੰਦੇ ਨੇ ਮੈਨੂੰ ਤਾਨੇ ਮਾਨੇ ਮਾਰੇ ਤੇ ਮੈਂ ਅੱਜ ਇਸ ਲੈਵਲ ਤੱਕ ਨਾ ਪਹੁੰਚਦਾ, ਮਾਨ ਸਾਹਿਬ ਤੱਕ ਨਾ ਪਹੁੰਚਦਾ। ਮੈਂ ਕਿਹਾ ਉਹਦੀ ਬੜੀ ਮਿਹਰਬਾਨੀ, ਵਾਕਈ ਬਹੁਤ। ਲਗਾਤਾਰ ਮਿਲਦੇ ਰਹੇ। ਇੱਕ ਸਮਾਂ ਇਦਾਂ ਦਾ ਵੀ ਆ ਗਿਆ, ਤੁਸੀਂ ਉਹਨਾਂ ਦੇ ਘਰ ਗਏ, ਉਹ ਛੱਤ 'ਤੇ ਬੈਠ ਕੇ ਗਾਣਾ ਲਿਖ ਰਹੇ, ਉਹ ਕਹਿੰਦੇ ਆਓ ਚੰਦਰ ਸ਼ੇਖਰ ਆਓ, ਬੈਠੇ ਤੁਹਾਡੇ ਲਈ ਚਾਹ ਦਾ ਕਾਪੀ ਬਣਾ ਕੇ ਲੈ ਕੇ ਆਏ। ਓਹ ਹੋ ਇੱਦਾਂ ਹੈ ਜੀ 93 ਜਾਂ 94 ਦਾ
ਦਾ ਟਾਈਮ ਸੀਗਾ ਜੀ ਔਰ ਵਿਸਾਖੀ ਆਉਣ ਵਾਲੀ ਸੀ ਤੇ ਆਪਣਾ ਮਾਨ ਸਾਹਿਬ ਦਿੱਲੀ ਦੂਰਦਰਸ਼ਨ ਤੇ ਵਿਸਾਖੀ ਦਾ ਕੋਈ ਗਾਣਾ ਗੀਤ ਲਿਖ ਰਹੇ ਸੀਗੇ ਤੇ ਅਚਾਨਕ ਮੈਂ ਆਪਣਾ ਚਲਾ ਗਿਆ ਜੀ। ਜੇ ਮੈਂ ਘੰਟੀ ਮਾਰੀ ਤੇ ਮਾਨ ਸਾਹਿਬ ਨੇ ਗੇਟ ਖੋਲ੍ਹਿਆ ਆ ਕੇ, ਆ ਜਾ ਬਈ ਚੰਦਰਸ਼ੇਖਰ ਆ ਜਾ। ਅੱਛਾ ਜੀ। ਇਹ ਬਾਅਦ ਉਹ ਦੁਆ ਸਲਾਮ ਹੋਈ ਮਾਨ ਸਾਹਿਬ ਨਾਲ ਤੇ ਕਹਿ ਰਹੇ ਸ਼ੇਖਰ ਆ ਜਾ ਉੱਪਰਲੇ ਕਮਰੇ ਚੱਲਨੇ ਆ ਤੇ ਮਾਨ ਸਾਹਿਬ ਆਪਣਾ ਉੱਪਰਲੇ ਕਮਰੇ 'ਚ ਲੈ ਗਏ। ਮੇਰੇ ਨਾਲ ਇੱਕ ਮੇਰਾ ਮਿੱਤਰ ਵੀ ਸੀਗਾ, ਆਪਾਂ ਬਹਿ ਗਏ ਉੱਧਰ ਹੀ। ਫਿਰ ਮਾਨ ਸਾਹਿਬ ਨੇ ਕਿਹਾ ਚੰਦਰਸ਼ੇਖਰ ਚਾਹ ਪੀਏਗਾ? ਮੈਂ ਕਿਹਾ ਹਾਂਜੀ ਹਾਂਜੀ ਬਾਈ ਜੀ ਬਿਲਕੁਲ ਪੀਵਾਂਗੇ ਚਾਹ। ਤੇ ਚਾਹ ਦਾ ਤਾਂ ਬਹਾਨਾ ਹੁੰਦੇ ਸੀ, ਦੋ ਗੱਲਾਂ ਵਾਧੂ ਹੋ ਜਾਣਗੀਆਂ ਸਾਡੀਆਂ। ਜੀ ਕਹਿ ਰਿਹਾ ਠੀਕ ਹੈ। ਇੰਨੇ 'ਚ ਮਾਨ ਸਾਹਿਬ ਆਪਣੇ ਰੂਮ ਵਿੱਚੋਂ ਬਾਹਰ ਚਲੇ ਗਏ ਤੇ 5-7 ਮਿੰਟ 10 ਮਿੰਟ ਬਾਅਦ ਮਾਨ ਸਾਹਿਬ ਆਏ, ट्रे पकड़ी हाथी 'ਚ। मैं उठ के अपना ਚੱਕ ਲਿਆ, ਮੈਂ ਗਿਲਾਸ ਆਪਣੇ ਚੱਕ ਲਿਆ ਆਪਣਾ ਔਰ ਆਪਣੇ ਮਿੱਤਰ ਦਾ ਤੇ ਇੰਨੇ 'ਚ ਗਿਲਾਸ ਚੱਕਦੇ ਤੇ ਮੈਂ ਕਿਹਾ ਬਾਈ ਜੀ ਇੰਨਾ ਟਾਈਮ ਲੱਗ ਗਿਆ ਤੁਹਾਨੂੰ? ਮੈਂ ਤੁਹਾਨੂੰ ਮਿਲਣ ਆਇਆ, ਦੋ ਗੱਲਾਂ ਕਰਨ ਵਾਸਤੇ। ਕਹਿੰਦੇ ਨੇ ਨਾ ਚਾਹ ਮੈਂ ਖੁਦ ਆਪਣੇ ਹੱਥੀਂ ਬਣਾ ਕੇ ਲਿਆ। ਉਹ ਜਬ ਸ਼ਬਦ ਉਹਨਾਂ ਨੇ ਕਹੇ ਮੇਰੇ ਹੱਥ ਪੈਰ ਮੇਰੇ ਕੋਲ ਰੂਹ ਕੰਢੇ ਖੜੇ ਹੋ ਗਏ ਨਾ, ਉਹ ਬਿਆਨ ਨਹੀਂ ਕਰ ਸਕਦਾ। ਮੈਂ ਕੰਬਣਾ ਸ਼ੁਰੂ ਹੋ ਗਿਆ। ਮੈਂ ਕਿਹਾ ਮੇਰੀ ਔਕਾਤ ਨਹੀਂ, ਮੈਂ ਜੋ ਉਹਨਾਂ ਦੇ ਚਰਨਾਂ ਦੀ ਤੂੜ ਵੀ ਨਹੀਂ ਆ। ਮੈਂ ਇੱਕ ਤੂੜ ਹੁੰਦੀ ਨਾ, ਮੈਂ ਉਸ ਕਾਬਿਲ ਵੀ ਨਹੀਂ ਹੈਗਾ। ਔਰ ਮਾਂ ਸਾਹਿਬ ਮੇਰੇ ਲਈ ਚਾਹ ਬਣਾ ਕੇ ਲਿਆ ਨਾ। ਮੈਂ ਕਿਹਾ ਮੇਰੀ ਔਕਾਤ ਨਹੀਂ। ਮੈਂ ਕਹਿੰਦਾ ਤੁਸੀਂ ਯਕੀਨ ਮੰਨਿਓ, ਮੈਂ ਪਤਾ ਨਹੀਂ ਕਿਹੜੇ ਪਿਛਲੇ ਜਨਮ ਜਾਂ ਕੋਈ ਇੱਦਾਂ ਦੇ ਕਰਮ ਹੋਣਗੇ ਮੇਰੇ ਜੋ ਮਾਲਿਕ ਨੇ ਮੈਨੂੰ ਇਹ ਰੱਖ ਦਿਖਾਏ। ਮੈਂ ਅੱਜ ਵੀ ਉਸ ਦ੍ਰਿਸ਼ ਯਾਦ ਕਰਨਾ ਨਾ, ਮੈਂ ਪਤਾ ਨਹੀਂ ਬਿਆਨ ਹੀ ਨਹੀਂ ਕਰ ਸਕਦਾ। ਉੱਦਾਂ ਨਹੀਂ ਚਾਹ ਪੀਤੀ ਮੁੜ ਕੇ ਵੀ ਕਦੇ? ਮੁੜ ਕੇ ਤਾਂ ਚਾਹ ਕੋਈ ਸਵਾਦ ਨਹੀਂ ਲੱਗੀ ਹੋਣੀ ਤੁਹਾਨੂੰ? ਉਹ ਚਾਹ ਨਹੀਂ ਸੀ, ਪਤਾ ਨਹੀਂ ਮੇਰੇ ਵਾਸਤੇ ਤਾਂ ਅੰਮ੍ਰਿਤ ਸੀਗਾ ਜੀ। ਉਹ ਜਿੱਦਾਂ ਮਾਲਕ ਪਤਾ ਨਹੀਂ ਕਿੱਥੋਂ ਚਾਹ ਚੱਲ ਕੇ ਆਈ ਉਹ ਮੇਰੇ ਲਈ। ਮੈਂ ਉਸ ਸ਼ਬਦ ਨੂੰ ਬਿਆਨ ਹੀ ਨਹੀਂ ਕਰ ਸਕਦਾ, ਮੇਰੀ ਔਕਾਤ ਹੀ ਨਹੀਂ ਹੈ ਜੀ। ਉਹ ਮੈਂ ਮਾਂ ਸਾਹਿਬ ਨੇ ਇੱਕ ਵਾਰੀ ਜ਼ਿਕਰ ਕੀਤਾ ਸੀਗਾ। ਮੈਂ ਕਿਹਾ ਬਾਈ ਜੀ ਤੁਸੀਂ ਇੱਦਾਂ ਦਾ ਗਾਣਾ ਲਿਖ ਰਹੇ ਸੀਗੇ। ਗਾਣਾ ਯਾਦ ਹੈ ਕਿਹੜਾ? ਹਾਂਜੀ ਹਾਂਜੀ ਜੀ ਉਹ ਵਿਸਾਖੀ ਦਾ ਗਾਣਾ ਸੀਗਾ, ਵਜਦਾ ਨਹਿਰੋ ਪਾਰ ਢੋਲ ਵਿਸਾਖੀ ਦਾ ਜੀ। ਉਹ ਗਾਣਾ ਸੀਗਾ, ਉਹ ਗੀਤ ਸੀਗਾ। ਉਹ ਮਾਨ ਸਾਹਿਬ ਦਾ ਗੀਤ ਆਇਆ ਸੀਗਾ ਵਿਸਾਖੀ 'ਤੇ ਦਿੱਲੀ ਦੂਰਦਰਸ਼ਨ ਤੋਂ। ਕੀ ਬਾਤ। ਅੱਛਾ ਜੀ, ਜਦ ਮਾਨ ਸਾਹਿਬ ਨਾਲ ਥੋੜ੍ਹੀ ਮੁਲਾਕਾਤਾਂ ਵੱਧੀਆਂ ਮੇਰੀ, ਆਸ਼ਕੀ ਸ਼ੁਰੂ ਹੋਈ ਸਾਡੀ ਉਦੋਂ। ਮੈਂ ਤਾਂ ਆਸ਼ਕੀ ਕਰਨਾ। ਘਰ ਦੇ ਕਹਿਣ ਨਹੀਂ ਲੱਗ ਪਏ ਸੀ ਵੀ ਨਵੀਂ ਮਸ਼ੂਕ ਰੱਖ ਲਈ? ਨਹੀਂ, ਮੇਰੇ ਘਰ ਦੇ ਕਹਿੰਦੇ ਸੀ ਤੂੰ ਜਾਣਾ ਕਿੱਥੇ ਜੀ, ਤੂੰ ਸਵੇਰੇ ਜਾਣਾ, ਸ਼ਾਮੀ ਆਉਣਾ, ਕਈ ਵਾਰ ਰਾਤੀ ਲੇਟ ਆਉਣਾ। ਮੈਂ ਆਪਣੇ ਵਿਚਕਾਰਲੇ ਬ੍ਰਦਰ ਨੂੰ ਦੱਸਦਾ ਸੀਗਾ ਤੇ ਆਪਣੇ ਵੱਡੇ ਭਾਈ ਸਾਹਿਬ ਨੂੰ ਜੀ। ਮੈਂ ਕਿਹਾ ਜੀ ਮੇਰੀ ਗੁਰਦਾਸ ਮਾਨ ਸਾਹਿਬ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੈ, ਕਰੇ ਫੋਟੋ ਦਿਖਾ। ਮੈਂ ਕਿਹਾ ਮੈਂ ਆਪਣੇ ਫਾਦਰ ਸਾਹਿਬ ਨੂੰ ਆਟੋਗ੍ਰਾਫ ਦਿਖਾਇਆ ਸੀ, ਕਰਿਆ ਇਹਨਾਂ ਦਾ ਕੁਝ ਨਹੀਂ ਹੁੰਦਾ, ਫੋਟੋ ਦਿਖਾਣਾ ਕਰਾ ਕੇ। ਉਸ ਟਾਈਮ ਫੋਟੋਗ੍ਰਾਫਰ ਮਿਲਣਾ ਬਹੁਤ ਔਖਾ ਹੁੰਦਾ ਸੀਗਾ ਜੀ। ਪਹਿਲਾਂ ਫੋਟੋਗ੍ਰਾਫ ਲੱਭੋ, ਫਿਰ ਉਹਨੂੰ ਲੈ ਕੇ ਮਾਨ ਸਾਹਿਬ ਦੇ ਘਰ ਜਾਓ। ਹਾਂਜੀ ਹਾਂਜੀ ਹਾਂਜੀ। ਅੱਛਾ ਯਾਦ ਹੈ, ਕਿਸੇ ਤੋਂ ਕੈਮਰਾ ਮੰਗ ਕੇ ਲੈ ਜਾਓ, ਜਾ ਮੰਗ ਕੇ। ਫਿਰ ਮੈਂ ਆਲੇ ਦੁਆਲੇ ਸਭ ਤੋਂ ਪੁੱਛਦਾ ਸੀਗਾ ਕਿਸੇ ਕੋਲ ਕੈਮਰਾ ਹੈ ਤਾਂ ਦੇ ਦਿਓ ਯਾਰ ਮੈਨੂੰ। ਤਾਂ ਉਹਦੇ 'ਚ ਕੋਡਕ ਦੀ ਰੀਲ ਪਵਾਈ, ਉਹ ਫਿਰ ਫੋਟੋ ਕਰਾਈ। ਫਿਰ ਉਹ ਫੋਟੋ ਵੀ ਚਾਰੋਂ ਚੁਫੇਰੇ ਲੈ ਕੇ ਘੁੰਮਦਾ ਰਿਹਾ ਜੀ। ਮੈਂ ਮਤਲਬ ਕਿ ਨਾ ਜਿਹੜਾ ਬੰਦਾ ਮਿਲਦਾ ਸੀ ਮੈਨੂੰ ਨਵਾਂ, ਆ ਦੇਖ ਗੁਰਦਾਸ ਮਾਨ ਸਾਹਿਬ ਨਾਲ ਮੇਰੀ ਫੋਟੋ। ਇੱਕ ਬੰਦੇ ਨੇ ਤਾਂ ਕਹਤਾ ਛਾਪ ਪਿਆ। ਔਰ ਜਿੱਦਾਂ ਅੱਜ ਕੱਲ੍ਹ AI ਤੋਂ ਚੱਲਦਾ, ਉਸ ਟਾਈਮ ਵੀ ਬਣ ਜਾਂਦੀ ਸੀਗੀ। ਬਣ ਜਾਂਦੀ। ਮੈਂ ਕਿਹਾ ਇਹ ਉਹ ਨਹੀਂ ਹੈਗੀ, ਖੁਰਚ ਕੇ ਵੇਖ ਲੈ। ਕੱਟ ਦੇ ਵਿੱਚ ਦੂਸਰੇ ਨੂੰ ਖੜਾ ਕਰ ਦਿੰਦੇ ਸੀ। ਅੱਛਾ ਫਿਰ ਪੂਰੂ ਵਾਸਤੇ ਮੈਂ ਨੈਗੇਟਿਵ ਲਿਆ ਕੇ ਦਿਖਾਉਂਦਾ ਸੀਗਾ। ਮੈਂ ਕਿਹਾ ਭਾਈ ਇਹ ਦੇਖ ਨੈਗੇਟਿਵ ਹੈ ਮੇਰੇ ਕੋਲ ਜੀ। ਤੇ ਚਲੋ ਜੀ ਸਿਲਸਿਲਾ ਜਿਹਾ ਸ਼ੁਰੂ ਹੋਇਆ ਉਹਨਾਂ ਨਾਲ ਮੇਰਾ ਮੁਲਾਕਾਤਾਂ ਦਾ। ਹੁਣ ਬੇਚੈਨੀ ਰਹਿੰਦੀ ਸੀ ਤੇ ਮੈਂ ਚਿੱਠੀਆਂ ਪਾਉਂਦਾ ਸੀ ਉਹਨਾਂ ਨੂੰ ਜੀ। ਚਿੱਠੀਆਂ ਪਾਉਂਦਾ ਸੀਗਾ। ਚਿੱਠੀਆਂ ਨਾਲ ਵੀ ਮੇਰੀ ਤਸੱਲੀ ਨਹੀਂ ਹੋਈ। ਮੈਂ ਕਿਹਾ ਯਾਰ ਚਿੱਠੀਆਂ ਤੇ ਕਾਗਜ਼ ਇੱਦਾਂ ਦੀ ਨਹੀਂ ਲਿਖੀ ਜਾਣੀ ਯਾਰ, ਇੱਦਾਂ ਦਾ ਸਵਾਦ ਹੀ ਨਹੀਂ ਹੈਗਾ ਕਿ ਸਿੰਪਲ ਕਾਗਜ਼ 'ਤੇ ਮੈਂ ਦਿਲਾਂ ਦੀ ਗੱਲਾਂ ਲਿਖ ਕੇ ਉਹਨਾਂ ਨੂੰ ਭੇਜਣਾ। ਅਤੇ ਫਿਰ ਉਸ ਟਾਈਮ ਇੱਕ ਪ੍ਰਿੰਟਡ ਆਉਂਦੇ ਸੀਗੇ, ਉਹਨਾਂ ਉੱਪਰ ਚਿੱਠੀ ਲਿਖਦੇ। ਨਹੀਂ, ਪ੍ਰਿੰਟਡ ਪੇਪਰ ਆਉਂਦਾ ਸੀਗਾ, ਉਹਨਾਂ ਉੱਪਰ ਲੈਟਰ ਹੈਡ ਜਿਹਾ, ਉਹਨਾਂ 'ਤੇ ਚਿੱਠੀਆਂ ਲਿਖ ਕੇ ਫਿਰ ਪਾਉਂਦਾ ਸੀਗਾ। ਉਹਦੇ 'ਚ ਵੀ ਮੇਰੀ ਤਸੱਲੀ ਨਹੀਂ ਹੋਈ। ਸ਼ਾਇਦ ਅੱਜ ਵੀ ਮਾਨ ਸਾਹਿਬ ਨੂੰ ਯਾਦ ਹੋਣ। ਫਿਰ ਜੀ ਮੇਰਾ ਪ੍ਰੋਪਰਟੀ ਦਾ ਕੰਮ ਸਿੱਖ ਰਿਹਾ ਸੀ ਮੈਂ ਉਸ ਟਾਈਮ ਜੀ, ਪ੍ਰੋਪਰਟੀ ਦਾ ਕੰਮ, ਪ੍ਰੋਪਰਟੀ ਡੀਲਰ ਦਾ ਕੰਮ। ਅਤੇ ਮੈਂ ਕੋਰਟ ਜਾਂਦਾ ਹੁੰਦਾ ਸੀਗਾ, ਮੈਂ ਸਟੈਂਪ ਪੇਪਰ ਖਰੀਦ ਕੇ ਲਿਆਣੇ, ਉਹਦੇ ਉੱਪਰ ਚਿੱਠੀ ਲਿਖ ਕੇ ਭੇਜਣੀ। ਅਤੇ ਪਹਿਲੇ ਲਿਆਂਦੇ ਸੀ, ਪਹਿਲੇ ਆਇਆ 2 ਰੁਪਏ ਦਾ ਸਟੈਂਪ ਪੇਪਰ ਖਰੀਦ ਕੇ ਲਿਆਂਦਾ ਸੀਗਾ। ਫਿਰ ਲਿਆਇਆ ਮੈਂ 5 ਰੁਪਏ ਦਾ ਜੀ। ਫਿਰ ਲਿਆਇਆ ਮੈਂ 10 ਰੁਪਏ ਤੱਕ ਪਹੁੰਚ ਗਿਆ। ਫਿਰ 20 ਰੁਪਏ ਦਾ ਸਟੈਂਪ ਪੇਪਰ ਲਿਆ। ਅੱਛਾ, ਬਿਆਨੇ ਲਿਖ ਕੇ ਭੇਜਦੇ ਸੀ ਪੂਰੇ। ਅਰੇ
ਵਾਕਈ ਜੀ। ਵਾਹ ਵਾਹ। ਉਹ ਜਿਹਦੇ ਕੋਲ ਪੇਪਰ ਲਿਆਉਂਦੇ ਨਾ, ਐਕਚੁਅਲੀ ਕੀ ਹੈ, ਪੇਪਰ ਲਿਆਉਂਦੇ ਤਾਂ ਸਟੈਂਪ ਪੇਪਰ ਤੁਸੀਂ ਪਰਚੇਜ਼ ਕਰਦੇ ਹੋ ਤਾਂ ਉਹਦੇ ਪਿੱਛੇ ਐਂਟਰੀ ਕਰਨੀ ਪੈਂਦੀ ਸੀ। ਉਹ ਜੋ ਹੈਗਾ ਸੀ, ਜੋ ਵੇਚਦਾ ਸੀਗਾ ਸਟੈਂਪ ਪੇਪਰ, ਕਹਿੰਦਾ ਰਜਿਸਟਰਾਰ ਬਾਈ, ਜਿਹੜਾ ਸੀਗਾ ਜੀ, ਕਹੇ ਬਾਈ ਕਿੱਦਾਂ ਯਾਰ, ਤੂੰ ਤਾਂ ਐਂਟਰੀ ਵੀ ਨਹੀਂ ਕਰਵਾਉਂਦਾ, ਇੱਦਾਂ ਹੀ ਲੈ ਜਾਣਾ। ਮੈਂ ਕਿਹਾ ਸਮਝੇਗਾ ਯਾਰ, ਮੈਂ ਵੀ ਆਪਣੀ ਨਾ ਗਰਲਫ੍ਰੈਂਡ ਨੂੰ ਚਿੱਠੀਆਂ ਪਾਉਣਾ। ਕਹਿ ਰਿਹਾ ਗਰਲਫ੍ਰੈਂਡ ਨੂੰ ਚਿੱਠੀਆਂ ਆਉਂਦੇ ਤਾਂ ਪਾਉਣਾ। ਮੈਂ ਕਿਹਾ ਬਸ ਮੇਰੀ ਸਪੈਸ਼ਲ ਹੀ ਉਹ। ਤਾਂ ਹੁਣ ਮੈਂ ਜਿਹੜੀ ਸਾਡੀ ਫਰੈਂਡਸ਼ਿਪ ਉਹ ਰਜਿਸਟਰੀ ਕਰਾ ਰਿਹਾ ਉਹਦੀ। ਬਸ ਮੈਂ ਕਿਹਾ, ਮੈਂ ਤਾਂ ਉਹ ਮਾਂ ਸਾਹਿਬ ਦਾ ਕਈ ਵਾਰ ਮੈਂ ਗਾਣਾ ਹੈਗਾ, ਅੰਗੂਠਾ ਦਿਲ ਵਾਲੀ ਬਹੀ ਤਲ ਵਾਲਾ ਹਾਏ ਹਾਏ। ਸਾਡੀ ਬਣ ਜਾ ਤਾਂ ਸਾਨੂੰ ਆਪਣਾ ਬਣਾ ਲੈ। ਵਾਕਈ ਮੈਂ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਾ ਕਿ ਮਾਂ ਸਾਹਿਬ ਨੇ ਇੰਨਾ ਪਿਆਰ ਅੱਜ ਤੱਕ, ਅੱਜ ਵੀ ਕਿੱਥੇ ਚੰਦਰ ਸ਼ੇਖਰ ਆਜ਼ਾਦ, ਮੈਨੂੰ ਸਿਰਫ ਗੁਰਦਾਸ ਮਾਨ ਸਾਹਿਬ ਹੀ ਕਹਿੰਦੇ ਨੇ। ਮੈਂ ਜਦੋਂ ਇਹ ਆਵਾਜ਼ ਸੁਣਨਾ ਨਾ ਵੀ ਚੰਦਰ ਸ਼ੇਖਰ ਆਜ਼ਾਦ, ਉਹ ਬਸ ਪੁੱਛੋ ਨਾ ਮੈਨੂੰ, ਜਿਵੇਂ ਮਾਲਕ। ਇੱਕ ਵਾਰ ਫੋਨ ਦੀ ਘੰਟੀ ਵੱਜਦੀ ਆ ਤੇ ਮਾਂ ਸਾਨੂੰ 2 ਐਲਬਮਸ ਚਾਹੀਦੀਆਂ ਆਪਣੀਆਂ, ਹਾਂਜੀ, ਉਹ ਕਿਤੋਂ ਮਿਲ ਨਹੀਂ ਰਹੀਆਂ। ਉਹਨਾਂ ਨੂੰ ਯਾਦ ਆਉਂਦਾ ਕਿ ਇਹ ਕੰਮ ਸਿਰਫ ਇੱਕੋ ਬੰਦਾ ਕਰ ਸਕਦਾ, ਉਹ ਹੈ ਚੰਦਰ ਸ਼ੇਖਰ ਆਜ਼ਾਦ। ਹਾਂਜੀ। ਇੱਦਾਂ ਦੀ ਮੈਂ ਆਫਿਸ ਬੈਠਾ ਸੀ ਤੇ परमजीत भैया साहब जी, अरे बहुत खूबसूरत, बहुत अच्छे नेक रूह दे इंसान, मालिक। बहुत नेक इंसान, बहुत खूबसूरत रूह दे मालिक। उन्होंने फोन आया जी चंद्र शेखर। मैं कहा यार भाई भैया साहब या मान साहब ही मैंने चंद्र शेखर कहते हैं। मैं कहा हाँ जी हाँ जी। अच्छा भैया साहब का तरीका देखो, मैंने गल करा था फोन पर। चंद्र शेखर वो अपना मान साहब का भोले शंकर के उपर गाना आया सीगा। मैं कहा जी बम बोले बम बम। कह रहे हाँ एक होर सीगा। मैं कहा मस्त मलंगम मस्त मलंगम। कह रहे हाँ अरे गाने की सीडी मिल जाएगी। मैं कहा जी मिल जाएगी जी। तो कह रहे यार तो यार मिल जाएगी तो यार मैंने लिया के दे दे। कदों तक दे देंगे? मैं कि कदों तक? 1 घंटे ਤੁਹਾਡੇ ਕੋਲ ਪਹੁੰਚ ਰਿਹਾ। ਆਪਾਂ ਜੀ ਫਰੀਦਾਬਾਦ ਤੋਂ ਚੱਕੀ ਮੋਟਰਸਾਈਕਲ। ਕਈਆਂ ਨੂੰ ਇਹ ਗੱਲ ਲੱਗੇਗੀ ਕਿ ਮੈਂ ਗੱਲ ਬਣਾਵਟੀ ਕਰ ਰਿਹਾ, ਉਹ ਹੈਗਾ ਮੇਰਾ ਦਾਤਾ, ਮੇਰਾ ਸਾਈਂ ਜਾਣਦਾ ਹੈ मोटरसाइकिल पंचर, मोटरसाइकिल का अगला टायर पंचर जी। पर मैं क्या आज तक यार की खातर रुकना नहीं है। आज तक जो टाइम दे देता है ना 1 घंटे च उत्थे पहुँच जानी चाहिए है। तो मैं तो सीधा फरीदाबाद तो चक्की मोटरसाइकिल तो लैतपन नगर जिद्दां भी मैनू 2-4 बंदे ने टोकिया भैया तेरा अगला टायर पंचर है। मैं उन्होंने परवाह नहीं की। चल सो चल मैं उत्थे पहुँच गया जी। लैतपन नगर अशोक कैसेट वाला सीगा, उन्होंने कोल गया मैं। 2 सैट ले ले मैं। वो CD लैके अपना भैया साहब के घर गया मैं। तो भैया साहब ने कहा बहुत बहुत थैंक यू तेरा चंद्रशेखर जी। मैं कहा जी बहुत थैंक यू। तो मैंने सेवा का मौका मैनू मिले, मैं अपने आप को बड़ा रहमत समझना मेरे साई दी। उस तो 2 दिन बाद जी मैनू फोन आता जी चंद्रशेखर बसंत भी आ रहा जी 4 बजे। प्यार का लिफाफा भेजा मान साहब ने। वो लिफाफा भी भेजा जी जी। वो तो दसांगा मैं। देखो मैं पूरी रिसर्च करके बैठा, देखो जी। अरे क्या बात है जी जी, क्या बात है। कितों गल्लां कर लेंदे हो तुसीं जी। जद कि तो मेरे बिल्कुल खास नज़दीकी ही जानते हैं। बस समझ लो नहीं दसती हैं। अरे मेरे साईं क्या बात है। तो भैया साहब का फोन आया चंद्रशेखर 4 बजे आ जी, मान साहब ने आ रहे ने। मैं कहा कितने फार्म हाउस या कोठी? कह रहे कोठी आ जी। आपा जी मैं फ़ोन काटता और मैं इन्ने च मैं पागल हो जाना। जिस दिन मां साहब का फोन आ गया, बाई जी नूं मिलना है तो मैं पागल हो जाना। मेरे तो बड़ा फिर मेरी वाइफ भी समझ आती है भी आज मां साहब मिल चले, तैयारी जी फड़ी आज। और मैं उदा भी नॉर्मल भी तैयार हुआ ना तो उन्होंने पता वो ठीक है कितने ऑफिस जा रहे कितने काम जा रहे हैं। जिस दिन मैं मां साहब नूं मिलन जाना होवे वो मैं कोई टी-शर्ट भी पा लाँगा ना बिना प्रेस की, उन्होंने पता चल जाएगा आज मां साहब नूं मिलन जा रहे हैं। चेहरे ते दिसन लग पैंदा ना। मैं उन्होंने कहना मैं तेनों कितना पता है तुहाडी हरकतां देख के। ਤੁਹਾਡਾ ਜੋ ਹੈ ਤਰੀਕਾ ਹੀ ਵੱਖਰਾ ਹੁੰਦਾ ਹੈ, ਮੇਰੇ ਨਾਲ ਗੱਲ ਕਰਨ ਦਾ ਤਰੀਕਾ ਵੱਖਰਾ ਹੁੰਦਾ ਉਸ ਟਾਈਮ ਜਦ ਤੁਸੀਂ ਜਿਸ ਦਿਨ ਮਾਨ ਸਾਹਿਬ ਨੂੰ ਮਿਲਣ ਜਾਣਾ ਹੁੰਦਾ। ਮੈਂ ਕਿਹਾ ਬਸ ਕਮਾਲ ਹੈ। ਮੈਂ ਕਹਿੰਦਾ ਉਹਦੀ ਰਹਿਮਤਾਂ ਨੇ ਮੈਨੂੰ ਮੇਰੇ ਆਸ-ਪਾਸ ਦਾ ਉਹ ਮਾਹੌਲ ਮਿਲਿਆ। ਮੇਰੀ ਵਾਈਫ ਵੀ ਬਹੁਤ ਮੈਨੂੰ ਸਪੋਰਟ ਕਰਦੀ ਹੈ। ਮੈਂ ਉਹਨੂੰ ਅੱਧੀ ਰਾਤੀ ਉੱਠ ਕੇ ਕਹਿ ਦਿੰਦਾ ਮੈਂ ਮਾਨ ਸਾਹਿਬ ਦੇ ਜਾ ਰਿਹਾ ਮਿਲਣ ਜਾ ਰਿਹਾ। ਉਹਨੇ ਕਹਿੰਦੇ ਜਾਓ। ਉੱਦਾਂ ਮੈਨੂੰ 10 ਸਵਾਲ ਕਰਦੀ ਹੈ। ਜਿੱਥੇ ਗੁਰਦਾਸ ਮਾਨ ਸਾਹਿਬ ਦਾ ਨਾਮ ਆ ਜਾਏਗਾ ਉਹਨੇ ਕਹਿਣਾ ਜਾਓ। ਪਰਿਵਾਰ ਦੇ ਨਾਲ ਵੀ ਮਾਨ ਸਾਹਿਬ ਮਿਲੇ ਫਿਰ? ਹਾਂਜੀ ਪਰਿਵਾਰ ਦੇ ਨਾਲ? ਹਾਂਜੀ ਮੇਰੇ ਪਰਿਵਾਰ ਨਾਲ ਮਿਲੇ ਜੀ। ਮੇਰੇ 2 ਬੇਟਿਆਂ ਨਾਲ ਮਿਲੇ। और मेरे बच्चों ने बहुत प्यार दिता उन्होंने, बहुत प्यार। मेरी वाइफ नाल बहुत मिल के कई बारी मैं कहना बहुत वो पल मैं कई दिलों से सोचता इदा ने ब्याह ही नहीं हो सकते कि मां साहब ने जो प्यार जो शब्द बोलते हैं मेरे परिवार लिए वो मैं किसी के बोल ही नहीं सकता। किन्ने मतलब कि वो तो कहते रब तैनूं और तेरे परिवार को राजी रखे, तेरे हथ बाजी रखे। मां साहब तो इन्ना कहते हैं। मेरे बच्चों का जद भी मिलने के बच्चे ठीक परिवार ठीक बकायदा ना लैके
ਯਾਦ ਆ ਉਹਨਾਂ ਨੂੰ। ਮੈਂ ਕਹਿੰਦਾ ਵਾਕਈ ਜਦੋਂ ਮਾਨਸਾ ਦਾ ਐਕਸੀਡੈਂਟ ਹੋ ਜਾਂਦਾ, ਜਦੋਂ ਘਟਨਾ ਦੀ ਖਬਰ ਤੁਸੀਂ ਸੁਣਦੇ ਹੋ, ਕੀ ਰਿਐਕਸ਼ਨ ਆਉਂਦਾ ਦਿਲ 'ਚ? ਪਹਿਲਾਂ ਜੋ ਐਕਸੀਡੈਂਟ ਹੋਇਆ ਸੀ ਉਸ ਸਮੇਂ ਖਬਰਾਂ ਪ੍ਰੋਪਰ, ਕਈ ਵਾਰੀ ਕਨਫਿਊਜ਼, ਗਲਤ ਖਬਰਾਂ ਵੀ ਆਉਂਦੀ ਸੀਗੀ। ਅਤੇ ਜਦ ਪਹਿਲਾ ਐਕਸੀਡੈਂਟ ਹੋਇਆ, ਜਦ ਤੇਜਪਾਲ ਬਾਈ ਜੀ ਦਾ ਐਕਸੀਡੈਂਟ ਹੋਇਆ ਸੀਗਾ, ਉਹ ਇਹ ਖਬਰ ਆ ਗਈ ਸੀ ਕਿ ਵੀ ਮਾਨ ਸਾਹਿਬ ਦਾ ਜੋ ਗੱਡੀ ਚਲਾਉਂਦੇ ਨੇ ਤੇਜਪਾਲ ਭਾਜੀ, ਅਤੇ ਮੈਨੂੰ ਖਬਰ ਅਧੂਰੀ ਮਿਲੀ। ਮੈਂ ਬੜਾ ਡਿਸਟਰਬ ਹੋਇਆ, ਮੈਂ ਹੁਣ ਚੰਡੀਗੜ੍ਹ ਜਾਵਾਂ ਜਾਂ ਕਿੱਥੇ ਜਾਵਾਂ। ਮੈਂ ਬੜੀ ਹਿੰਮਤ ਕਰਕੇ ਜਿੱਥੇ ਜਿੱਥੇ ਤਾਂ ਮੈਂ ਮੈਂ ਫੋਨ ਵੀ, ਉਹ ਟਾਈਮ ਇੱਦਾਂ ਦਾ ਸੀ ਕਿਸੇ ਨੂੰ ਫੋਨ ਵੀ ਨਹੀਂ ਕਰ ਸਕਦੇ, ਪੁੱਛ ਸਕਦੇ ਸੀਗੇ, ਪਰ ਮੈਂ ਚੰਡੀਗੜ੍ਹ ਆ ਗਿਆ ਜੀ। ਮੈਨੂੰ ਕਿਸੇ ਨੇ ਕਿਹਾ ਸੀ ਕਿ ਚੰਡੀਗੜ੍ਹ ਹੈਗੇ ਨੇ ਐਡਮਿਟ, ਤਾਂ ਹੌਸਪੀਟਲ ਦੇ ਬਾਹਰ ਮੈਂ ਬੈਠਾ ਰਹਿੰਦਾ, ਕਿਸੇ ਨਾਲ ਮੈਂ ਗੱਲ ਹੀ ਨਹੀਂ ਕਰਦਾ। ਕਿਉਂ? ਉਹ ਮੈਂ ਪੁੱਛਾਂ ਤਾਂ ਕੀ ਪੁੱਛਾਂ, ਮੈਂ ਅੰਦਰੋਂ ਮੇਰੇ ਨਾਲ ਟੁੱਟਿਆ ਹੋਇਆ ਸੀਗਾ। ਮੈਂ ਕਿਹਾ ਯਾਰ ਬਾਈ ਜੀ ਦਾ ਐਕਸੀਡੈਂਟ ਹੋਇਆ ਤਾਂ ਹੋਇਆ ਕਿਉਂ, ਹੋਇਆ ਕਿਉਂ? ਮਤਲਬ ਕਿ ਅੱਛਾ, ਜਿਸ ਗੱਡੀ ਨਾਲ ਐਕਸੀਡੈਂਟ, ਮੈਂ ਉਹਨੂੰ ਗਾਲਾਂ ਵੀ ਕੱਢਾਂ। ਮੈਂ ਕਿਹਾ ਹਾਲੇ ਤੁਹਾਨੂੰ ਚਲਾਉਣੀ ਨਹੀਂ ਆਉਂਦੀ ਗੱਡੀ। ਅਤੇ ਅੱਛਾ, ਤੇਜਪਾਲ ਭਾਜੀ ਦੀ ਗੱਲਾਂ ਉਹ ਗੁੰਮ, ਮੈਂ ਕਹਿੰਦਾ ਉਹ ਤੇਜਪਾਲ ਭਾਜੀ ਇੰਨਾ ਮਤਲਬ ਕਿ ਚੰਦਰ ਸ਼ੇਖਰ ਚਲਾ, ਇੱਦਾਂ ਮਤਲਬ ਕਿ ਇੰਨਾ ਪਿਆਰ ਕਰਦੇ ਸੀ ਉਹ ਬਾਈ ਜੀ ਨੂੰ ਮਿਲਿਆ ਕਈ ਵਾਰੀ ਪ੍ਰੋਗਰਾਮ 'ਤੇ, ਉਹਨਾਂ ਨੂੰ ਦੇਖ ਲੈਣਾ ਭਾਜੀ, ਉਹ ਮੇਰੀ ਕਹਿ ਖਿੱਚ ਕੇ ਲੈ ਆਉਂਦੇ ਸੀ, ਚੱਲ ਅੰਦਰ ਆ ਜਾ, ਉਹਨੂੰ ਪ੍ਰੋਗਰਾਮ 'ਤੇ ਲੈ ਕੇ ਜਾਂਦੇ ਸੀ ਆਪਣੇ ਨਾਲ। ਸਾਰਿਆਂ ਨੂੰ ਪਤਾ ਸੀਗਾ ਕਿ ਕੀ ਰਿਸ਼ਤਾ ਤੁਹਾਡੇ ਨਾਲ ਹੈ ਨਾ। ਹਾਂਜੀ। ਇੱਕ ਤੁਹਾਡੀ ਗੱਡੀ 'ਚ ਵੀ ਬੈਠ ਗਏ, ਏਸੀ ਲੱਗਾ ਨਹੀਂ ਗੱਡੀ 'ਚ, ਤੁਸੀਂ ਕਿਹਾ ਬੜੀ ਗਰਮੀ ਆ ਮਾਨ ਸਾਹਿਬ, ਇਹ 'ਚ ਨਾ ਬੈਠੋ, ਕਹਿੰਦੇ ਮੈਂ ਇਹਦੇ 'ਚ ਹੀ ਜਾਣਾ ਹੁਣ। ਅਰੇ ਦਿੱਲੀ ਅੰਦਰ ਸ਼ੂਟਿੰਗ ਚੱਲ ਰਹੀ ਸੀ ਜੀ। ਗੱਲ ਸੁਣੋ ਪੰਜਾਬੀ ਦੋਸਤੋ, ਇਹ ਦਿੱਲੀ ਅੰਦਰ ਹੈ ਗਾਣੇ ਦੀ ਸ਼ੂਟਿੰਗ ਹੋਈ ਮਹਿਰੋਲੀ ਕੋਲ ਮਾਂਡੀ ਗਾँव ਵਿੱਚ। ਅਤੇ ਉਸ ਜੋ ਪਿੰਡ ਦੀ ਲੋਕੇਸ਼ਨ ਸੀ ਨਾ, ਉੱਥੇ ਵੱਡੀ ਗੱਡੀ ਨਹੀਂ ਜਾ ਸਕਦੀ ਸੀ। ਅਤੇ ਉਸ ਟਾਈਮ ਮੈਂ ਗੱਡੀ ਲਿੱਤੀ ਸੀ, ਤਾਏ ਜੀ ਗੱਡੀ ਲਿੱਤੀ ਸੀ, ਅਤੇ ਚਲਾ ਗਿਆ ਮੈਂ। ਅਤੇ ਆਪਣਾ ਗਣੇਸ਼ ਭਾਈ ਨੇ ਪਹਿਲੇ ਆਪਣਾ मैडम ਗੱਡੀ 'ਚ बैठे रहे, फिर गणेश भाई ने कह रहे शेखर जी मैंने ना भाई जी को लेके आना है आपकी गाड़ी। मैं कहा ये पूछने की बात नहीं है, मैं कहा उठा कर ले जाओ। तो खैर लैके गए, फिर अगे भाई जी गणेश महाराज ने क्या भाई जी गाड़ी में एसी में आ जाओ। भाई जी कहते नहीं मैं पैदल चल रहा। इन्हें मैं भी पहुँच गया उत्थे जिस लोकेशन तो वापस पैकअप करके दूसरी लोकेशन से जाना सी मान साहब ने जी। मैं कहा भाई जी जय सही दी चंद्रशेखर की हाल चाल। इन्हें गणेश महाराज गड्डी अगे के लैके चल रहे। मैं कहा भाई जी साई जी ने मैनू गड्डी बख्शी है, इस गरीब नू गड्डी बख्शी है जी। भाई जी ने मेरे तरफ देखा, कह रहे गड्डी तेरी है। मैं कहा साई जी ने दी है जी, साई जी की गड्डी है। कह रहे हूँ तो मैं अंदर ही बैठागा। मैं कहा ऐदा ही कह रहे हैं। नैक्सट लोकेशन पर जाने से मां साहब मेरी गड्डी नैक्सट लोकेशन पर पहुँचने तो बाद मेरी गड्डी 'च बैठ गया। मैं दस नहीं सकता जी, साक्षात रब मेरी गड्डी 'ਚ आ के बैठा है। मैनू कहते AC ऑन कर दे। मैं उत्थे कमना शुरू जी, मैं हाथ कमना शुरू। अच्छा मेरे से चाह गणेश ने बोल दे चाह, मेरे चाह बोली 2 ढाई 3 घंटे तक मेरी गड्डी और 3 घंटे सिर्फ 5-7 मिनट वास्ते टोटल शॉट देने गए, फिर वापस आ जाना, शॉट देने जाके फिर वापस आ जाना। और मैं बाहर दूर खड़ा होके मैं जिथे जिथे तो मैं अपने जो बिल्कुल क्लोज सी मेरे उन्होंने फ़ोन करके मैं रोई जावा। मैं अपनी मिसी ने फ़ोन किया, मैं रोई जावा। कह रही की हो गया? वो घबरा गई, की होया भैया बंदा तो रोंदा नहीं, कितना हो गया? मैं कहा भाई जी मेरी गड्डी 'ਚ बैठे ने जी। उस तो बाद अपने मेरी भतीजी रहिंदी सोनीपत, उन्होंने फ़ोन करके दिखावा। मेरा एक बहुत ही खास मित्र जानू जो इस टाइम कनाडा बैठा है, वो भी बहुत प्यार करता है भाई जी ने भी जी। मैं उन्होंने वीडियो कॉल की, मैं कहा देख भाई जी मेरी गड्डी 'ਚ बैठे ने जी। अच्छा कि मेरा डिस्टेंस बहुत ज़्यादा है गड्डी का। कह रहे कितने? मैं कहा गड्डी खड़ी है ना। किहड़ी गड्डी सी तुहाडे कोल? मेरे को SS4 जी। वो गड्डी का नंबर 6004 सी, गोल्डन कलर की गड्डी सी। तो मैं कहना मेरी किस्मत जाग गई। अच्छा इन्नी पंजाबी माँ बोली की सेवा की, पंजाबी कल्चर की सेवा की,
ਪੂਰੀ ਦੁਨੀਆ ਦੇ ਵਿੱਚ ਪੰਜਾਬੀ ਗਾਣੇ ਨੂੰ ਲੈ ਕੇ ਵੀ ਗਏ। ਸਿੰਬਲ ਆਫ ਪ੍ਰਾਊਡ ਹੈ ਪੰਜਾਬੀਆਂ ਦੇ ਲਈ। ਹਾਂਜੀ ਪਰ ਇੱਕ ਸਮਾਂ ਐਸਾ ਵੀ ਆ ਗਿਆ ਕਿ ਲੋਕ ਵਿਰੋਧ ਤੇ ਉਤਰ ਆਏ, ਗੱਦਾਰ ਤੱਕ ਕਹਿਣਾ ਸ਼ੁਰੂ ਕਰ ਦਿੱਤਾ। ਮਾਨ ਸਾਹਿਬ ਵੀ ਡਿਪਰੈਸ਼ਨ 'ਚ ਰਹੇ ਥੋੜ੍ਹਾ ਟਾਈਮ। ਹਾਂਜੀ ਹਾਂਜੀ ਤੁਹਾਡੇ ਕੀ ਦਿਲ 'ਚ ਗੁਜ਼ਰਿਆ ਸੀ ਉਦੋਂ ਜਦੋਂ ਚੀਜ਼ਾਂ ਸਾਰੀਆਂ ਟੀਵੀ 'ਤੇ ਚੱਲ ਰਹੀਆਂ ਸੀ, ਉਹਨਾਂ ਨੂੰ ਮਾਈਕ 'ਤੇ ਖੜਾ ਨਹੀਂ ਸੀ ਹੋਣ ਦਿੱਤਾ ਜਰਾ ਉਸੇ ਦਿੱਲੀ ਦੇ ਵਿੱਚ ਧਰਨੇ ਦੇ ਦੌਰਾਨ? ਮੈਨੂੰ ਯਾਦ ਹੈ ਮਾਨ ਸਾਹਿਬ ਕਿਸਾਨ ਜਦ ਧਰਨੇ 'ਤੇ ਬੈਠੇ ਸੀਗੇ ਤਾਂ ਮਾਨ ਸਾਹਿਬ ਦਿੱਲੀ ਆਏ ਸੀਗੇ ਜੀ। ਉਹਨਾਂ ਨੂੰ ਉਹ ਉਹਨਾਂ ਦੇ ਲਈ ਆਏ ਸੀ, ਕਿਸਾਨਾਂ ਲਈ ਆਏ ਸੀਗੇ, ਪਰ ਉਹਨਾਂ ਨੇ ਕੋਈ ਗੱਲ ਹੀ ਨਹੀਂ ਸੁਣੀ। ਵੀ ਤੁਸੀਂ ਸੁਣਦੇ ਤਾਂ ਸਹੀ, ਉਹਨਾਂ ਨੇ ਕੋਈ ਗੱਲ ਹੀ ਨਹੀਂ ਸੁਣੀ, ਬੇਮਤਲਬ ਦਾ ਵਿਰੋਧ। ਜਦ ਕਿ ਮਾਨ ਸਾਹਿਬ ਕਦੀ ਮਾਨ ਸਾਹਿਬ ਦੀ, ਮੈਨੂੰ ਇੰਨੇ ਸਾਲ ਹੋ ਚੱਲੇ ਨੇ, ਕਦੀ ਕਿਸੇ ਨੂੰ ਮਾੜਾ ਨਹੀਂ ਕਿਹਾ ਉਹਨਾਂ ਨੇ, ਨਾ ਕਿਸੇ ਦਾ ਮਾੜਾ ਸੋਚਿਆ। ਇੰਨੇ ਸਾਲਾਂ ਤੋਂ ਮੈਂ ਜਾਣਦਾ ਉਹਨਾਂ ਨੂੰ, ਕਦੀ ਕਰੇ ਉਹਨਾਂ ਨੇ ਕहीं ਕਿਸੇ ਦਾ ਪਲਟ ਕੇ ਬਲਕਿ ਕਿਸੇ ਨੇ ਗਲਤ ਬੋਲ ਦੇ ਦਿਓ ਨਾ, ਅੱਜ ਤੱਕ ਸੁਣਿਆ ਹੀ ਨਹੀਂ ਕਿ ਕਿਸੇ ਦਾ ਉਹ ਗਲਤ ਸੋਚਣ। ਉਹ ਤਾਂ ਇੰਨਾ ਪਿਆਰ ਵੰਡਦੇ ਨੇ, ਦਿਲਾਂ ਦੇ ਸੌਦੇ ਹੈਗੇ ਨੇ ਉਹਨਾਂ ਕੋਲ, ਕੁਝ ਲੈਂਦਾ ਹੀ ਨਹੀਂ। ਤਾਂ ਲੱਗਦਾ ਕਿਤੇ ਨਾ ਕਿਤੇ ਪੋਲੀਟਿਕਸ ਵੀ ਹੈ ਇਹ। ਪੋਲੀਟਿਕਸ ਕਰਨ ਵਾਲੇ ਤਾਂ ਪੋਲੀਟਿਕਸ ਕਰਨਗੇ ਹੀ, ਪਰ ਮਾਨ ਸਾਹਿਬ ਦੀ ਸੋਚ ਇੱਦਾਂ ਦੀ ਨਹੀਂ ਹੈਗੀ। ਪਰ ਮਾਨ ਸਾਹਿਬ ਵੀ ਰਿਐਕਟ ਕਰਦੇ ਆ, ਫਿਰ ਉਹਨਾਂ ਨੇ ਗਾਣਾ ਬਣਾਇਆ। ਦੇਖੋ ਜੀ, ਕਿਤੇ ਨਾ ਕਿਤੇ ਲੋਕਾਂ ਦੀ ਗੱਲਾਂ ਸੁਣ ਕੇ ਕਿਤੇ ਨਾ ਕਿਤੇ ਤਾਂ ਉਬਾਲ ਹੁੰਦਾ ਹੈ, ਪਰ ਉਹਨਾਂ ਨੇ ਜਵਾਬ ਬਹੁਤ ਅੱਛਾ ਦਿੱਤਾ। ਉਹਨਾਂ ਨੇ ਦੱਸਿਆ ਵੀ ਮੈਂ ਤਾਂ ਇੰਨੀ ਸੇਵਾ ਕਰ ਰਿਹਾ, ਤੁਸੀਂ ਮੈਨੂੰ ਇੱਦਾਂ ਕਿਉਂ ਕਹਿੰਦੇ ਹੋ? ਜੋ ਸ਼ਬਦ ਤੁਸੀਂ ਬੋਲੇ ਮੈਂ ਤਾਂ ਕਿਸੇ ਨੂੰ ਨਹੀਂ ਬੋਲਦਾ, ਮੈਂ ਤੁਸੀਂ ਮੇਰੇ ਲਈ ਵਰਤ ਰਹੇ ਹੋ, ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ। ਔਰ ਮਾਨ ਸਾਹਿਬ ਅੱਜ ਕਿੱਥੇ ਵੀ ਵਰਲਡ 'ਚ ਚਲੇ ਜਾਣ ਅਤੇ ਜਿਹੜਾ ਅੰਗਰੇਜ਼ ਵੀ ਪੰਜਾਬੀ ਨਹੀਂ ਬੋਲਦਾ ਨਾ, ਉਹਨਾਂ ਨੂੰ ਵੇਖ ਕੇ ਪੰਜਾਬੀ ਬੋਲਦਾ, ਸਤਿ ਸ੍ਰੀ ਅਕਾਲ ਬੋਲਦਾ ਉਹਨਾਂ ਨੂੰ। ਉਹ ਜਾਂ ਪੰਜਾਬੀ ਸਿੰਗਰ ਕਿਤੇ ਨਾ ਕਿਤੇ ਸਾਡੇ ਲਈ ਪ੍ਰਾਊਡ ਵਾਲੀ ਗੱਲ ਪਰ ਬਹੁਤ, ਮੈਂ ਕਹਿੰਦਾ ਸਾਨੂੰ ਮਾਣ ਹੋਣਾ ਚਾਹੀਦਾ ਕਿ ਕਈ ਉਹਨਾਂ ਨੂੰ ਦੇਖ ਕੇ ਕਹਿੰਦੇ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦੇ ਨੇ। ਇਹ ਪੰਜਾਬੀ ਸਿੰਗਰ ਗੁਰਦਾਸ ਮਾਨ ਸਾਹਿਬ ਨੇ, ਉਹ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਬਹੁਤ ਵੱਡੀ ਗੱਲ ਹੈ ਜੀ। ਜਿਹਨੂੰ ਪੰਜਾਬੀ ਨਹੀਂ ਆਉਂਦੀ ਉਹ ਸਤਿ ਸ੍ਰੀ ਅਕਾਲ ਬੁਲਾ ਰਿਹਾ, ਫਤਿਹ ਬੁਲਾ ਰਿਹਾ, ਮਾਨ ਸਾਹਿਬ ਨੂੰ ਕਹਿ ਰਿਹਾ ਤੁਸੀਂ ਪੰਜਾਬੀ ਬਹੁਤ ਅੱਛਾ ਗਾਣੇ ਗਾਉਂਦੇ ਹੋ। ਜਦ ਕਿ ਮਾਨ ਸਾਹਿਬ ਨੇ ਬੰਗਾਲੀ ਫਿਲਮਾਂ 'ਚ ਵੀ ਗਾਣੇ ਦਿੱਤੇ ਨੇ, ਹੋਰ ਭਾਸ਼ਾਵਾਂ 'ਚ, ਹਰਿਆਣਵੀ ਭਾਸ਼ਾ 'ਚ ਗਾਣੇ ਦਿੱਤੇ ਨੇ, ਹਿੰਦੀ ਫਿਲਮਾਂ 'ਚ ਗਾਣੇ ਦਿੱਤੇ ਨੇ, ਪਰ ਸਭ ਤੋਂ ਜ਼ਿਆਦਾ ਪੰਜਾਬੀ ਆਪਣੀ ਮਾਂ ਬੋਲੀ ਨੂੰ ਜਿੰਨਾ ਪਿਆਰ, ਜਿੰਨਾ ਸਤਿਕਾਰ, ਉਹ ਕੋਈ ਮੈਂ ਕਹਿੰਦਾ ਕਿੱਥੇ ਤੱਕ ਪਹੁੰਚਾਤਾ, ਤੋਲਿਆ ਵੀ ਨਹੀਂ ਜਾ ਸਕਦਾ। ਨਹੀਂ ਤੋਲਿਆ ਜਾ ਸਕਦਾ। ਇੱਕ ਲਫ਼ਜ਼ ਦੇ ਵਿੱਚ ਮਾਨ ਸਾਹਿਬ ਨੂੰ ਡਿਫਾਈਨ ਕਰਨਾ ਹੋਵੇ ਇੱਕ ਲਫ਼ਜ਼ 'ਚ, ਕਿਹੜਾ ਲਫ਼ਜ਼? ਗੁੱਠਾ ਦਿਲ ਵਾਲੀ ਬਹੀ ਤਲ ਵਾਲਾ। ਸਾਡੇ ਮੈਂ ਇਸ ਟਾਈਮ ਇੰਨਾ ਇਮੋਸ਼ਨਲ, ਮੈਂ ਗੱਲ ਤੁਹਾਡੇ ਨਾਲ ਕਰ ਰਿਹਾ, ਪਰ ਪਤਾ ਨਹੀਂ ਮੈਂ ਕਿੱਥੇ, ਉਹ ਜੋ ਮਾਨ ਸਾਹਿਬ ਇੱਦਾਂ ਕਿ ਮਾਨ ਸਾਹਿਬ ਸਾਹਮਣੇ ਬੈਠੇ ਨੇ, ਮੈਂ ਬੋਲਣ ਜੋਗਾ ਨਹੀਂ ਹੈਗਾ। ਅੱਜ ਮੈਂ ਮਾਈਕ 'ਤੇ ਬੋਲ ਰਿਹਾ, ਇੰਨਾ ਬੋਲ ਰਿਹਾ, ਮੇਰੀ ਔਕਾਤ ਹੀ ਨਹੀਂ ਕਿ ਮੈਂ ਮਾਨ ਸਾਹਿਬ ਨੇ ਗਾਣਾ ਵੀ ਤੁਹਾਡੇ ਲਈ ਲਿਖਿਆ, ਦਿਲ ਦੌਲਤ ਹੈ ਤੇਰੀ, ਜਿੱਥੇ ਮਰਜ਼ੀ ਖਰਚ ਲਈ, ਇਹ ਜਾਨ ਗਰੀਬਾਂ ਦੀ, ਜਿੱਥੇ ਮਰਜ਼ੀ ਵਰਤ ਲਈ। ਮੈਂ ਕਹਿੰਦਾ ਜੀ ਮੈਂ ਇੰਨਾ ਬੋਲ ਰਿਹਾ, ਅੱਜ ਮੈਂ ਖੁਦ ਹੈਰਾਨ ਹਾਂ। ਪਤਾ ਨਹੀਂ ਕੀ ਇਸ ਜਗ੍ਹਾ 'ਤੇ ਵਾਈਬਸ ਹੈਗੀਆਂ ਨੇ ਜੋ ਮਾਨ ਸਾਹਿਬ ਦੇ ਪ੍ਰਤੀ। ਤੁਸੀਂ ਮੈਨੂੰ ਫੋਨ ਕੀਤਾ ਔਰ ਮੈਂ ਆ ਗਿਆ, ਤੁਸੀਂ ਮੈਨੂੰ ਕਿੱਥੇ ਵੀ ਕਹਿੰਦੇ ਮਾਨ ਸਾਹਿਬ ਦੇ ਪ੍ਰਤੀ, ਮੈਨੂੰ ਕਿੱਥੇ ਵੀ ਬੁਲਾ, ਮੈਂ ਉਡਾਰੀ ਮਾਰ ਕੇ ਆਵਾਂਗਾ ਜੀ, ਕਿਉਂਕਿ ਉਹ ਮੇਰੀ ਜਿੰਦ ਜਾਨ ਹੈ। ਤੁਹਾਨੂੰ ਇੱਦਾਂ ਲੱਗਦਾ ਕਿ ਕਦੇ ਫੈਨਸ ਦੀ ਗੱਲ ਕੀਤੀ ਨਹੀਂ ਜਾਂਦੀ, ਸਟਾਰਾਂ ਦੀ ਗੱਲ ਕੀਤੀ ਜਾਂਦੀ ਹਮੇਸ਼ਾ ਹੀ? ਹਾਂਜੀ, ਕਿਉਂਕਿ ਫੈਨਸ ਦੀ ਬਹੁਤ ਵੱਡੀ ਇੱਕ ਜਗ੍ਹਾ ਹੁੰਦੀ ਹੈ ਇੱਕ ਆਰਟਿਸਟ ਨੂੰ ਵੱਡਾ ਬਣਾਉਣ ਦੇ ਵਿੱਚ। ਜੀ ਮੈਂ ਕਹਿੰਦਾ ਸਾਗਰ ਸਾਹਿਬ ਤੁਹਾਡਾ ਬਹੁਤ, ਮੈਂ ਪਤਾ ਨਹੀਂ ਤੁਸੀਂ ਕਿੱਦਾਂ ਮੇਰੇ ਤੱਕ ਸੰਪਰਕ ਹੀ 'ਚ ਆਏ, ਮੈਂ ਬੜਾ ਹੈਰਾਨ ਹਾਂ ਤੁਹਾਡੀ ਮੁਹੱਬਤ ਦੇ ਕੇ। ਇਹ ਕਨਸੈਪਟ ਵੀ ਤੁਹਾਡੀ ਮੁਹੱਬਤ ਦੇ ਕੇ ਹੀ ਆਇਆ। ਮੈਂ ਕਹਿੰਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਚੀਜ਼ ਦਾ ਕਿ ਤੁਸੀਂ ਇੱਕ ਫੈਨ ਨੂੰ, ਇੱਕ ਨੋਰਮਲ ਮੇਰੇ ਵਰਗੇ ਸ਼ਖਸ ਨੂੰ ਲੈ ਕੇ ਇੰਨੀ ਵੱਡੀ ਸ਼ਖਸੀਅਤ ਦੀ ਬਾਤਾਂ ਕਰ ਰਹੇ ਹੋ, ਗੱਲਾਂ ਬਾਤਾਂ ਕਰ ਰਹੇ ਹੋ ਜੋ ਮੇਰੀ ਔਕਾਤ ਤੋਂ ਪਰੇ ਨੇ। ਉਹ ਮੈਂ ਪਤਾ ਨਹੀਂ ਇੱਥੇ ਇਸ ਕੁਰਸੀ 'ਤੇ ਕੀ ਹੈਗਾ ਜੋ ਮੈਂ ਬਹਿ ਕੇ ਬੋਲੀ ਜਾ ਰਿਹਾ। ਵਾਕਈ ਮਾਨ ਸਾਹਿਬ ਲਈ ਤਾਂ ਮੈਂ ਕਿੱਥੇ ਵੀ, ਜਿੱਥੇ ਤੁਸੀਂ ਹੁਕਮ ਕਰ ਦਿੰਦਾ ਮੈਂ ਉੱਧਰ ਪਹੁੰਚ ਜਾਂਦਾ। ਪੈਂਚਰ ਮੋਟਰਸਾਈਕਲ ਲੈ ਕੇ ਤੁਸੀਂ ਫਰੀਦਾਬਾਦ ਤੋਂ ਦਿੱਲੀ ਪਹੁੰਚ ਜਾਂਦੇ ਹੋ, ਅਤੇ ਅੱਜ ਦਿੱਲੀ ਤੋਂ ਜਲੰਧਰ ਪਹੁੰਚੇ ਹੋ ਮਾਨ ਸਾਹਿਬ ਨਾਲ ਆਪਣਾ ਪਿਆਰ ਦੱਸਣ ਦੇ ਲਈ, ਉਹਨਾਂ ਨਾਲ ਜਿਹੜੀਆਂ ਬੀਤੇ ਹੋਏ ਪਲ ਦੱਸਣ ਦੇ ਲਈ, ਉਹ ਗੱਲਾਂ ਦੱਸਣ ਦੇ ਲਈ। ਇਹ ਵੀ ਮੁਹੱਬਤ ਹੀ ਹੈ। ਮੈਂ ਕਹਿੰਦਾ ਜੀ ਉਹਨਾਂ ਨਾਲ ਜੋ ਪਲ ਮੈਂ ਬਿਤਾਏ ਨੇ, ਜਿੰਨੇ ਪਲ ਮੈਂ, ਜਿੰਨੀ ਬਾਤਾਂ ਕਰੋਗੇ ਉਨੇ ਬਾਤਾਂ ਹੈਗੀਆਂ ਨੇ, ਗੱਲਾਂ ਬਾਤਾਂ ਉਹਨੇ ਮੈਂ ਕਹਿੰਦਾ ਉਹ ਮਤਲਬ ਕਿ ਇੰਨਾ ਪਿਆਰ ਮੈਨੂੰ। ਚੰਦਰ ਸ਼ੇਖਰ ਆਜ਼ਾਦ, ਜ਼ਿਆਦਾ ਕੰਨਾਂ 'ਚ ਆਵਾਜ਼ ਪੈਂਦੀ ਹੈ ਨਾ, ਚੰਦਰ ਸ਼ੇਖਰ ਆਜ਼ਾਦ ਕੀ ਹਾਲ ਚਾਲ ਜੀ, ਉਹ ਮੂੰਹੋਂ ਬੋਲ ਹੀ ਨਹੀਂ ਨਿਕਲਦੇ।
ਮਾਲਕ ਤੁਹਾਡੀ ਹਮੇਸ਼ਾ ਹੀ ਮੁਸਕਾਨ ਇੱਦਾਂ ਹੀ ਕਾਮਯਾਬ ਰੱਖੇ, ਹਮੇਸ਼ਾ ਹੀ ਤੁਹਾਡੀ ਮੁਸਕਾਨ ਜਿਹੜੀ ਹਮੇਸ਼ਾ ਹੀ ਇੱਦਾਂ ਹੀ ਆਬਾਦ ਰਵੇ, ਕਿਉਂਕਿ ਤੁਸੀਂ ਕਿਤੇ ਨਾ ਕਿਤੇ ਸਿੰਬਲ ਆਫ ਲਵ ਹੋ, ਕਿਤੇ ਨਾ ਕਿਤੇ ਤੁਸੀਂ ਇੱਕ ਸੁਨੇਹਾ ਦੇ ਰਹੇ ਹੋ ਸੱਚੀ ਮੁਹੱਬਤ ਦਾ। ਇਹ ਮੁਹੱਬਤ ਉਦੋਂ ਪ੍ਰਵਾਨ ਚੜ੍ਹ ਜਾਂਦੀ ਹੈ ਕਿਸੇ ਫੈਨ ਦੀ ਜਦੋਂ ਜਿਹਨੂੰ ਮੁਹੱਬਤ ਕਰਦਾ ਉਹ ਵੀ ਅੱਗੇ ਉਨੀ ਮੁਹੱਬਤ ਦੇ ਦੇਵੇ ਤੇ ਸੋਨੇ ਤੇ ਸੁਹਾਗਾ ਹੋ ਜਾਂਦਾ। ਜੀ ਮੈਂ ਕਹਿੰਦਾ ਬਿਲਕੁਲ ਜੀ ਬਿਲਕੁਲ। ਪਰ ਕਈ ਵਾਰੀ ਇੱਦਾਂ ਵੀ ਹੁੰਦੀ ਹੈ ਕਿ ਫੈਨ ਇੰਨੀ ਮੁਹੱਬਤ ਇੰਨਾ ਅਕੀਦਾ ਬਣਾ ਕੇ ਬੈਠਾ ਹੁੰਦਾ ਤੇ ਸਾਹਮਣੇ ਵਾਲੇ ਕਲਾਕਾਰ ਦੇ ਲਈ ਉਹ ਜਸਟ ਇੱਕ ਫੈਨ ਨਹੀਂ ਹੁੰਦਾ। नहीं जी नहीं, मान साहब जो है अपने जो मैं कई बार ਪਿੱਛੇ ਹੋ ਕੇ ਵੀ ਦੇਖਣਾ ਮਾਨ ਸਾਹਿਬ ਦੇ ਫੈਨ ਜੀ ਇੰਨੇ ਪਾਗਲ ਹੁੰਦੇ ਨੇ, ਔਰ ਜੀ। ਮਾਨ ਸਾਹਿਬ ਉਹਨਾਂ ਫੈਨਾਂ ਨੂੰ ਉਨਾ ਹੀ ਪਿਆਰ ਦਿੰਦੇ ਨੇ, ਇੰਨਾ ਹੀ ਕਿਆ ਵੀ ਬਾਤ। ਉਹ ਹਰ ਇੱਕ ਆਪਣੇ ਮੁਰੀਦਾਂ ਦੇ ਲਈ, ਹਰ ਇੱਕ ਮੁਰੀਦ ਦੇ ਲਈ, ਹਰ ਇੱਕ ਫੈਨ ਲਈ ਉਨਾ ਹੀ ਪਿਆਰ। ਔਰ ਮੈਨੂੰ ਕਈ ਵਾਰ ਇੰਨੀ ਖੁਸ਼ੀ ਹੁੰਦੀ ਹੈ, ਮੈਂ ਕਹਿੰਦਾ ਯਾਰ ਕਿਆ ਇੱਕ ਤੂੰ ਇੱਕ ਦੀਵਾਨੇ ਪੜੇ ਨੇ, ਉਹ ਕਈ ਦੀਵਾਨੇ ਐਸੇ ਨੇ ਜੋ ਸਿਰਫ ਮਾਨ ਸਾਹਿਬ ਨੂੰ ਦੇਖਣਾ ਚਾਹੁੰਦੇ ਨੇ ਕਿ ਸਾਨੂੰ ਇੱਕ ਵਾਰੀ ਮਾਨ ਸਾਹਿਬ ਦਿਖ ਜਾਣ। ਦੇਖ ਜਾਣ। ਔਰ ਇੰਨੇ ਪਾਗਲ ਫੈਨ, ਮੈਂ ਕਹਿੰਦਾ ਮੈਂ ਤੋਬਾ ਮੈਂ ਕਹਿੰਦਾ ਇੰਨੇ ਵੱਡੇ ਔਰ ਪਾਗਲ ਫੈਨ ਦੇਖਣਾ। ਮੈਂ ਕਈ ਵਾਰ ਉਹਨਾਂ ਨਾਲ ਮੇਰੇ ਗੱਲ ਹੁੰਦੀ ਹੈ, ਮੈਂ ਕਹਿੰਦਾ ਬੜੇ ਦੀਵਾਨੇ ਪਏ ਨੇ, ਬਹੁਤ ਪਾਗਲ ਪਏ ਨੇ, ਔਰ ਮਾਨ ਸਾਹਿਬ ਵੀ ਭਰਪੂਰ ਪਿਆਰ ਦਿੰਦੇ ਨੇ ਹਰ ਇੱਕ ਆਪਣੇ ਫੈਨ ਨੂੰ। ਮੈਨੂੰ ਲੱਗਦਾ ਕਿ ਕਲਾਕਾਰ ਦਾ ਆਪਣੇ ਫੈਨ ਦੇ ਨਾਲ ਰਿਸ਼ਤਾ ਹੋਣਾ ਵੀ ਇਦਾਂ ਦਾ ਹੀ ਚਾਹੀਦਾ, ਮੈਂ ਕਹਿੰਦਾ ਜੋ ਕਿਉਂਕਿ ਰਿਸ਼ਤਾ ਜਿਹੜਾ ਅੱਜ ਕੱਲ੍ਹ ਪਰ ਤੁਸੀਂ ਦੇਖ ਰਹੇ ਹੋ ਕਿ ਅੱਜ ਕੱਲ੍ਹ ਜਿਹੜੇ ਬਾਉਂਸਰ ਆ ਗਏ, ਜਿਹੜੇ ਪ੍ਰੋਗਰਾਮਾਂ ਦੇ ਵਿੱਚ ਫਿਰ ਫੈਂਸੀ ਲਾਠੀਆਂ ਵੀ ਵੱਜਣ ਲੱਗ ਪੈਂਦੀਆਂ। ਹਾਂਜੀ ਤੁਹਾਨੂੰ ਮੈਂ ਇੱਕ ਕਿੱਸਾ ਦੱਸਣਾ ਜੀ ਜੀ ਮਾਨ ਸਾਹਿਬ ਦਾ ਦਿੱਲੀ ਪ੍ਰੋਗਰਾਮ ਕਾਲਕਾ ਜੀ ਮੰਦਿਰ 'ਚ ਜੀ ਤੇ ਪ੍ਰੋਗਰਾਮ ਖਤਮ ਹੋਇਆ ਔਰ ਮਾਨ ਸਾਹਿਬ ਦੀ ਜੋ ਗੱਡੀ ਹੈ ਉਹ ਪਰਲੇ ਗੇਟ 'ਤੇ ਖੜੀ ਸੀਗੀ, ਔਰ ਮਾਨ ਸਾਹਿਬ ਨੇ ਉਸੇ ਗੇਟ ਤੋਂ ਨਿਕਲਣਾ ਸੀਗਾ। ਜੋ ਉਹਨਾਂ ਦੇ ਫੈਨ ਦੇਖੇ ਨਾ ਮੈਂ, ਕਿਉਂਕਿ ਮੈਂ ਮਾਨ ਸਾਹਿਬ ਦੇ ਬਿਲਕੁਲ ਪਿੱਛੇ ਹੀ ਸੀਗਾ, ਤੇ ਜੋ ਉਹਨਾਂ ਦੇ ਫੈਨ ਦੇਖੇ ਨਾ, ਮਾਨ ਸਾਹਿਬ ਨੇ ਜਾਣੇ ਸੀ ਗੇਟ ਨੰਬਰ 1 ਦੀ ਤਰਫੋਂ। ਤੁਸੀਂ ਯਕੀਨ ਮੰਨਿਓ ਉੱਧਰ ਆਪਣਾ ਗਣੇਸ਼ ਜੀ ਬਿਲਕੁਲ ਗੱਡੀ ਲੈ ਕੇ ਤਿਆਰ ਖੜੇ ਨੇ ਕਿ ਮਾਨ ਸਾਹਿਬ ਆਣ, ਗੱਡੀ ਬੈਠੋ ਔਰ ਆਪਾਂ ਚੱਲੀਏ। ਉਹ ਮਾਹੌਲ ਇੱਦਾਂ ਦਾ ਬਣ ਗਿਆ ਜੀ, ਉਹ ਇੱਕ ਤਰਫ ਗੇਟ ਦੀ ਤਰਫ ਨਾ ਜਾ ਕੇ ਉਹ ਪਿੱਛੇ ਭੀੜ ਦੇਖਦੇ ਹੋਏ ਮਾਨ ਸਾਹਿਬ ਅੱਗੇ ਕਰਦੇ ਹੋਏ 2 ਨੰਬਰ ਗੇਟ 'ਤੇ ਆ ਗਏ। ਹੁਣ ਗੱਡੀ ਖੜੀ ਹੈ 1 ਨੰਬਰ ਗੇਟ 'ਤੇ ਮਾਨ ਸਾਹਿਬ ਦੀ, ਉੱਧਰ ਔਰ ਉਹਦੇ ਬੜਾ ਫਰਕ ਹੈ, ਉੱਥੇ ਇੱਕਦਮ ਜਾਇਆ ਨਹੀਂ ਜਾ ਸਕਦਾ। ਅੱਛਾ ਉਧਰ ਉਸ ਇਹ ਹੈਗੀ 25 ਜਨਵਰੀ ਦੀ ਗੱਲ ਹੈਗੀ ਜੀ, ਦਿੱਲੀ ਪ੍ਰੋਗਰਾਮ ਹੋਇਆ ਸੀਗਾ, ਕਮਿਊਨੀਕੇਸ਼ਨ ਗੈਪ ਹੋ ਗਿਆ। ਤੇ ਮਾਨ ਸਾਹਿਬ ਉਸ ਸਮੇਂ ਭਾਈਆ ਸਾਹਿਬ ਔਰ ਮਾਨ ਸਾਹਿਬ, ਤੁਸੀਂ ਯਕੀਨ ਮੰਨਿਓ ਪਬਲਿਕ ਦੇ ਇੰਨੇ ਬਚਦੇ ਬਚਾਉਂਦੇ ਵੀ ਪਬਲਿਕ ਹੀ ਨਹੀਂ ਆ ਗਈ, ਹਰ ਕੋਈ ਬੰਦਾ ਕਰ ਰਿਹਾ ਮਾਨ ਸਾਹਿਬ। ਉਹ ਕਰਦੇ ਮੇਨ ਰੋਡ 'ਤੇ ਆ ਗਏ, ਗੋਬਿੰਦਪੁਰੀ ਵਾਲੀ ਮੇਨ ਰੋਡ 'ਤੇ ਪੈਦਲ ਹੀ ਧੱਕੇ ਹੋਏ ਨਹੀਂ ਪੈ ਰਹੇ ਸੀਗੇ ਉਹਨਾਂ, ਉੱਥੇ ਰੁਕ ਸਕਦੇ ਨਹੀਂ ਮਾਨ ਸਾਹਿਬ। ਉੱਧਰ ਹੀ ਆਟੋ ਖੜਾ, ਭਾਈਆ ਸਾਹਿਬ ਔਰ ਮਾਨ ਸਾਹਿਬ ਉਸ ਆਟੋ 'ਚ ਬੈਠੇ, ਆਟੋ ਵਾਲਾ ਪਾਗਲ ਹੋ ਗਿਆ। ਅੱਛਾ ਉਹਨੂੰ ਕਿਹਾ ਮਨੋਜ ਮੋਦੀ ਜੀ ਨਾਲ ਸੀ, ਉਹਨੇ ਕਿਹਾ ਭਈਆ ਸਟਾਰਟ ਕਰੋ, ਉੱਧਰੋਂ ਨਿਕਲੋ ਅੱਗੇ। ਭਾਈ ਸਾਹਿਬ ਕਹੇ ਭਾਈ ਤੂੰ ਅੱਗੇ ਚੱਲ ਉੱਧਰੋਂ, ਅਤੇ ਮੈਨੂੰ ਫਿਰ ਭਾਈ ਸਾਹਿਬ ਨੇ ਕਿਹਾ ਕਰਿਆ ਸ਼ੇਖਰ ਗੱਡੀ ਨੂੰ ਉੱਧਰਲੇ ਪਾਸੇ ਭੇਜ ਦੇ, ਓਖਲਾ ਮੰਡੀ ਦੀ ਤਰਫ। ਮੈਂ ਕਹਿੰਦਾ ਆਟੋ ਵਾਲਾ ਪਾਗਲ ਜੀ, ਕਹਿੰਦਾ ਇਹ ਦੁਨੀਆ ਤਰਸ ਰਹੀ ਹੋ ਰਿਹਾ, ਮੇਰੀ ਗੱਡੀ ਮੋਟਰਸਾਈਕਲ 3 ਵੀਲਰ ਜਾ ਕੇ ਬਹਿ ਗਏ। ਮੈਂ ਕਹਿੰਦਾ ਇੰਨੇ ਦੀਵਾਨੇ ਲੋਕ ਹੋ ਰਹੇ ਤੇ। ਔਰ ਮਾਨ ਸਾਹਿਬ ਵੀ ਕਈ ਵਾਰ ਮੈਂ ਦਿੱਲੀ ਮਾਨ ਸਾਹਿਬ ਦੇ ਨਾਲ ਮੋਟਰਸਾਈਕਲ ਦੇ ਪਿੱਛੇ ਚੱਲ ਰਿਹਾ ਹੁੰਦਾ ਅਤੇ ਮੈਨੂੰ ਬੜਾ ਅੱਛਾ ਲੱਗਦਾ ਕਿ ਮੈਂ ਯਾਰ ਮਾਨ ਸਾਹਿਬ ਨੇ, ਔਰ ਲੋਕ ਇੰਨੇ ਪਾਗਲ ਹੁੰਦੇ ਨੇ, ਉਹਨਾਂ ਪਿੱਛੇ ਭੱਜ ਰਹੇ ਹੁੰਦੇ ਨੇ ਮੋਟਰਸਾਈਕਲ ਆਪਣੀ ਲੈ ਕੇ। ਮਾਨ ਸਾਹਿਬ ਉਹਨਾਂ ਨੇ ਕਹਿੰਦੇ ਭਈਆ ਪਲੀਜ਼ ਪਿੱਛੇ ਹੋ ਜਾਓ, ਤੁਹਾਨੂੰ ਸੱਟ ਨਾ ਵੱਜ ਜਾਏ, ਮੈਂ ਤੁਹਾਡੇ ਨਾਲ ਫੋਟੋ ਕਰਾ ਲਾਂਗਾ। ਇੱਕ ਫੋਟੋ ਪਿੱਛੇ ਲੋਕ ਇੰਨੇ ਪਾਗਲ ਹੋ ਕੇ ਪਿੱਛੇ ਨੱਚਦੇ ਨੇ। ਮਾਨ ਸਾਹਿਬ ਕਹਿੰਦੇ ਪਲੀਜ਼, ਫਿਰ ਉਹ ਜਗ੍ਹਾ ਦੇਖ ਕੇ ਉਹਨਾਂ ਨੂੰ ਰੁਕਵਾ ਕੇ ਉਹਨਾਂ ਨੂੰ ਸਮਝਾਉਂਦੇ ਨੇ ਫੋਟੋ ਤਾਂ ਕਰਾ ਲਓ ਪਰ ਆਪਣੇ ਆਪ ਨੂੰ ਸੱਟ ਨਾ ਖਾ ਲਿਓ। ਇੰਨਾ ਪਿਆਰ ਕਰਦੇ ਨੇ ਆਪਣੇ ਫੈਨਾਂ ਨੂੰ। ਇਹ ਕਲਾਕਾਰ ਨੂੰ ਹੋਣਾ ਵੀ ਇੱਦਾਂ ਹੀ ਚਾਹੀਦਾ। ਇੰਨੀ ਗਰਮੀ 'ਚ ਇੱਥੇ ਆਏ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਮੈਂ ਕਰਦਾ ਅੱਜ, ਕਿਉਂਕਿ ਇਹ ਮੁਹੱਬਤ ਦੀਆਂ ਗੱਲਾਂ ਨੇ। ਕਿਉਂਕਿ ਨਫ਼ਰਤ ਤਦ ਹੀ ਖਤਮ ਹੋ ਸਕਦੀ ਜੇ ਗੱਲ ਮੁਹੱਬਤ ਦੀ ਕਰੀਏ। ਅਤੇ ਮੈਨੂੰ ਲੱਗਦਾ ਸੀ ਕਿ ਮੁਹੱਬਤ ਦੀ ਗੱਲ, ਇੱਕ ਮੁਹੱਬਤ ਦਾ ਸੁਨੇਹਾ ਲੋਕਾਂ 'ਚ ਜ਼ਰੂਰ ਜਾਣਾ ਚਾਹੀਦਾ। ਉਸ ਦੀ ਗੱਲ ਵੀ ਹੋਣੀ ਚਾਹੀਦੀ ਆ, ਜਿਹੜਾ ਕਾਪੀਆਂ ਲੈ ਕੇ ਪਿੱਛੇ ਕਲਾਕਾਰ ਦੇ ਘੁੰਮ ਰਿਹਾ ਕਿ ਸਾਈਨ ਕਰਦਾ ਹੈ। ਗੱਲ ਉਸ ਭੀੜ ਦੇ ਇਕੱਲੇ ਬੰਦੇ ਦੀ ਹੋਣੀ ਚਾਹੀਦੀ, ਜਿਹੜਾ ਇੱਕ ਸੈਲਫੀ ਲੈਣ ਦੇ ਲਈ, ਇੱਕ ਫੋਟੋ ਲੈਣ ਦੇ ਲਈ ਤਰਸ ਰਿਹਾ। ਉਹਨੇ ਫੋਟੋ ਕਰਨੀ ਕੀ ਆ, ਉਹਨੇ ਘਰ ਲਿਜਾ ਕੇ ਆਪਣੇ ਡਰਾਇੰਗ ਰੂਮ ਦੇ ਵਿੱਚ ਲਗਾ ਦੇਣੀ ਕਿ ਮੈਂ ਆਪਣੇ ਹੀਰੋ ਦੇ ਨਾਲ ਫੋਟੋ ਕਰਾਇਆ। ਇਹ ਮੁਹੱਬਤ ਹੈ, ਅਤੇ ਮੁਹੱਬਤ ਜ਼ਿੰਦਾ ਰੱਖਣਾ ਇੱਕ ਕਲਾਕਾਰ ਦਾ ਫਰਜ਼ ਵੀ ਹੈ। ਕੀ ਸੁਨੇਹਾ ਦੇਣਾ ਚਾਹੁੰਦੇ ਹੋ ਉਹਨਾਂ ਫੈਨਸ ਨੂੰ ਜਾਂ ਉਹਨਾਂ ਲੋਕਾਂ ਨੂੰ ਜਿਹੜੇ ਪਾਗਲਪਨ ਦੀ ਹੱਦ ਤੱਕ ਵੀ ਚਲੇ ਜਾਂਦੇ ਆ?
ਮੈਂ ਜੀ ਮਾਨ ਕਈ ਬੋਡੀ ਉੱਤੇ ਨਾਂ ਲਿਖਵਾ ਲੈਂਦੇ ਆ, ਕਈ ਬਾਹਾਂ ਤੇ ਨਾਂ ਲਿਖਵਾ ਲੈਂਦੇ ਆ। ਦੇਖੋ ਜੀ, ਉਹ ਹਰ ਇੱਕ ਦੀ ਆਪਣਾ ਪਿਆਰ ਕਰਨ ਦਾ ਹੈਗਾ। ਉਹਨਾਂ ਨੂੰ ਲੱਗਦਾ ਮੈਂ ਆਪਣੇ ਸਰੀਰ ਤੇ ਮੈਂ ਆਪਣੇ ਜਿਹਨੂੰ ਮੈਂ ਪਿਆਰ ਕਰਨਾ ਉਹਦਾ ਨਾਂ ਲਿਖਵਾ ਲਿਆ। ਪਰ ਮਾਨ ਸਾਹਿਬ ਵੀ ਆਪਣੇ ਆਸ਼ਕਾਂ ਨੂੰ ਫੋਟੋਆਂ ਕਈ ਉਹਨਾਂ ਨੂੰ ਪਤਾ ਹੁੰਦਾ, ਉਹ ਪਛਾਣ ਜਾਂਦੇ ਨੇ ਬੰਦਾ ਮੇਰਾ ਫੋਟੋ ਕਰਾਉਣਾ ਹੈ। ਬੰਦਾ ਇਹ ਜੋ ਫੈਨ ਹੈ ਫੋਟੋ ਕਰਾ ਕੇ ਬੜਾ ਖੁਸ਼ ਹੋਏਗਾ, ਔਰ ਉਹਨਾਂ ਨੂੰ ਪਤਾ ਇਹ ਜੋ ਫੋਟੋ ਕਰਾ ਰਿਹਾ, ਜੋ ਮਿਲ ਰਿਹਾ ਮੇਰੇ ਨਾਲ, ਉਹਨੇ ਪਤਾ ਨਹੀਂ ਕਿੱਥੇ ਜਾ ਕੇ ਕਿੰਨੀ ਜਗ੍ਹਾ ਜਾ ਕੇ ਕਹਿਣਾ ਮੈਂ ਅੱਜ ਗੁਰਦਾਸ ਮਾਨ ਸਾਹਿਬ ਨਾਲ ਮਿਲਿਆ। ਉਸ ਟਾਈਮ ਮੈਂ ਤੁਹਾਨੂੰ ਦੱਸਿਆ ਮੈਂ ਫੋਟੋ ਲੈ ਕੇ ਘੁੰਮਦਾ ਸੀਗਾ। ਰਿਸ਼ਤੇਦਾਰਾਂ ਨੂੰ, ਦੋਸਤਾਂ ਨੂੰ, ਮਿੱਤਰਾਂ ਪਿਆਰਾਂ ਨੂੰ ਦਿਖਾਉਂਦੇ, ਦੇਖੋ ਗੁਰਦਾਸ ਮਾਨ ਸਾਹਿਬ ਨਾਲ ਮੇਰੀ ਫੋਟੋ ਹੈ ਜੀ। ਤੇ ਉਹਨਾਂ ਨੂੰ ਵੀ ਚਾਹ ਹੈਗਾ ਜੋ ਅੱਜ ਹੈਗੇ ਨੇ, ਜੋ ਵੀ ਆਪਣੇ ਮੋਬਾਈਲ ਹੁਣ ਤਾਂ ਸੈਲਫੀ ਦਾ ਜ਼ਮਾਨਾ ਆ ਗਿਆ, ਸੈਲਫੀ ਲਈਏ ਟਿਚ ਨਾਲ ਹੀ ਨਾਲ ਫੇਸਬੁੱਕ ਤੇ ਪਾ ਪਰ ਘੱਟ ਉਦਾਹਰਨਾਂ ਨੇ। ਤੁਹਾਡੀ ਜ਼ਿੰਦਗੀ 'ਚ ਮਾਨ ਸਾਹਿਬ ਜਗ੍ਹਾ ਰੱਖਦੇ ਹੀ ਨੇ ਬਹੁਤ ਵੱਡੀ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਤੁਹਾਡੀ ਬਹੁਤ ਵੱਡੀ ਜਗ੍ਹਾ ਬਣ ਗਈ। ਇਹ ਜਗ੍ਹਾ ਹਮੇਸ਼ਾ ਬਣੀ ਰਹੇ, ਮੁਹੱਬਤ ਹਮੇਸ਼ਾ ਬਣੀ ਰਹੇ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅਤੇ ਮੈਨੂੰ ਲੱਗਦਾ ਕਿ ਇਸ ਪੋਡਕਾਸਟ ਨੂੰ ਇੱਥੇ ਖਤਮ ਕਰਨਾ ਚਾਹੀਦਾ। ਪਰ ਇੱਕ ਮੈਂ ਗੱਲ ਜ਼ਰੂਰ ਇਸ ਪੋਡਕਾਸਟ ਦੇ ਜ਼ਰੀਏ ਕਹਿਣਾ ਚਾਹੁੰਦਾ ਕਿ ਜਿੱਥੇ ਆਪਾਂ ਕਲਾਕਾਰਾਂ ਦੇ ਇੰਟਰਵਿਊਜ਼ ਕਰਦੇ ਹਾਂ, ਉਹਨਾਂ ਦੇ ਫੈਨਸ ਕੋਲੋਂ ਵੀ ਉਹਨਾਂ ਬਾਰੇ ਜ਼ਰੂਰ ਕੁਝ ਪੁੱਛਿਆ ਕਰੋ, ਆਪਣੇ ਤਜਰਬੇ ਕੀ ਨੇ ਉਹਨਾਂ ਦੇ। ਅਸਲੀ ਫੈਨਸ ਲੱਭੀਏ, ਮਿਲੀਅਨ ਬਿਲੀਅਨ ਫੋਲੋਅਰਸ ਨੂੰ ਛੱਡ ਕੇ ਇੱਕ ਚਿਹਰਾ ਲੱਭ ਕੇ ਲਿਆਈਏ ਅਤੇ ਉਹਨੂੰ ਪੁੱਛੀਏ ਕਿ ਤੂੰ ਇਸ ਕਲਾਕਾਰ ਦਾ ਫੈਨ ਕਿਉਂ ਆ, ਕੀ ਚੰਗਾ ਲੱਗਦਾ, ਕੀ ਮਾੜਾ ਲੱਗਦਾ, ਕੀ ਹੋਣਾ ਚਾਹੀਦਾ। ਮੈਨੂੰ ਲੱਗਦਾ ਇਹਨਾਂ ਗੱਲਾਂ 'ਚੋਂ ਬੜਾ ਕੁਝ ਨਿਕਲ ਕੇ ਬਾਹਰ ਆ ਸਕਦਾ। ਆਓ ਮਸ਼ੀਨਾਂ 'ਚੋਂ ਬਾਹਰ ਨਿਕਲੀਏ ਅਤੇ ਸਿੱਧੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੀਏ। ਉਸ ਗੱਲ 'ਚੋਂ ਕੁਝ ਨਿਕਲੂਗਾ, ਉਸ ਗੱਲ 'ਚੋਂ ਮੁਹੱਬਤ ਨਿਕਲੂਗੀ, ਉਸ ਗੱਲ 'ਚੋਂ ਬੜਾ ਕੁਝ ਨਿਕਲੇਗਾ ਜਿਹੜਾ ਸਾਡੇ ਕੰਮ ਆਏਗਾ। ਇਸ ਪੋਡਕਾਸਟ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪੋਡਕਾਸਟ ਜਲਦੀ ਮਿਲਦੇ ਹਾਂ, ਨਵੇਂ ਜਜ਼ਬਾਤ ਲੈ ਕੇ, ਨਵੀਂ ਉਡਾਨ ਲੈ ਕੇ, ਨਵਾਂ ਕਲਾਕਾਰ ਲੈ ਕੇ। ਤਦ ਤੱਕ ਦੇ ਲਈ ਦਿਓ ਇਜਾਜ਼ਤ। ਸ਼ਬਾ ਖੈਰ।